विद्या विचारी तां पर उपकारी, तां पर उपकारी। वाहिगुरु जी का खालसा वाहिगुरु जी की फतेह। आप सब साध संगति ਨੂੰ ਅੱਜ ਦੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਦੇ ਕੈਂਪ ਦੀ ਸ਼ੁਰੂਆਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜਾਪ ਸੇਵਾ ਦੇ ਨਾਲ। ਅੱਜ ਦੀ ਜਾਪ ਸੇਵਾ ਲੈਣਗੇ ਜੀ ਕਪੂਰਥਲੇ ਤੋਂ ਅਵਨੀਤ ਕੌਰ ਜੀ, ਜਿਨ੍ਹਾਂ ਦਾ EPP ਨੰਬਰ ਹੈ 16248। ਅਵਨੀਤ ਕੌਰ ਜੀ ਜੁੜ ਚੁੱਕੇ ਹਨ ਤਾਂ ਕਿਰਪਾ ਕਰਕੇ ਆਪਣਾ ਹੈਂਡ ਰੇਜ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਆਪਨੇ ਬਹੁਤ ਹੀ ਵਧੀਆ ਜਾਪ ਸਰਵਣ ਕਰਾਇਆ ਹੈ ਜੀ। ਅੱਗੇ ਅੱਜ ਦੀ ਕਵਿਸ਼ਰੀ ਦੀ ਸੇਵਾ ਹੈ ਜੀ। ਅੱਜ ਦੀ ਕਵਿਸ਼ਰੀ ਦੀ ਸੇਵਾ ਲੈਣਗੇ ਅਨਮੋਲ ਸਿੰਘ ਜੀ ਤਰਨਤਾਰਨ ਤੋਂ। ਅਨਮੋਲ ਸਿੰਘ ਜੀ ਕਵਿਸ਼ਰੀ ਦੀ ਸੇਵਾ ਸਟਾਰਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤਿ ਰੰਗ ਮਾਨ। ਪੁੱਜਿਆ ਸੁਨੇਹਾ ਜਦੋਂ ਬੰਦੀ ਛੋੜ ਨੂੰ, ਛੇਤੀ ਬੌੜ ਸਾਈਆਂ ਤੂੰ ਅਸਾਂ ਦੀ ਲੋੜ ਨੂੰ, ਛੇਤੀ ਬੌੜ ਸਾਈਆਂ ਤੂੰ ਅਸਾਂ ਦੀ ਲੋੜ ਨੂੰ। ਜਿੰਦ ਪੜ ਪਾਤਸ਼ਾਹ ਨੇ ਲਾਈ ਦੇਰ ਜੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਮੇਰਾ ਵਾਲੇ ਮਾਹੀ ਪਾਲਣੀ ਪ੍ਰੀਤ ਹੈ, ਗੁਰੂ ਘਰ ਪ੍ਰੀਤ ਦੀ ਪੁਰਾਣੀ ਰੀਤ ਹੈ, ਗੁਰੂ ਘਰ ਪ੍ਰੀਤ ਦੀ ਪੁਰਾਣੀ ਰੀਤ ਹੈ। ਧੰਨ ਬਾਬਾ ਬੁੱਢਾ ਕਿਹਾ ਰੰਗ ਰਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਬੱਲੋ ਬੱਲੀ ਘੋੜਿਆਂ ਤੇ ਜਿਨ੍ਹਾਂ ਕੱਸੀਆਂ, ਖਿੱਚੀ ਜਾਣ ਖਿੱਚਾਂ ਮੋਹ ਚੋਗ ਰੱਸੀਆਂ, ਖਿੱਚੀ ਜਾਣ ਖਿੱਚਾਂ ਮੋਹ ਚੋਗ ਰੱਸੀਆਂ। ਨਾਈ ਜਾਂਦੇ ਹੱਥ ਉਪਰੀ ਉਠਾਈ ਦੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਛੇਤੀ ਚਲੋ ਤੇਜ ਚਲੋ ਲਾਵੋ ਦੇਰ ਨਾ, ਬੀਤਿਆ ਵਕਤ ਹੱਥ ਆਉਣਾ ਫੇਰ ਨਾ, ਬੀਤਿਆ ਵਕਤ ਹੱਥ ਆਉਣਾ ਫੇਰ ਨਾ। ਹੋ ਮਾਨ ਪਾਉਂਦੇ ਜਿਹੜੇ ਕਰਦੇ ਕਮਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਮਿਲਣੇ ਦੀ ਚਾਹ ਹੈ ਪ੍ਰਭੂ ਦੇ ਨੂਰ ਨੂੰ,
ਬਾਬਾ ਬੁੱਢਾ ਯਾਦ ਕਰ ਰਹਿ ਹਜ਼ੂਰ ਨੂੰ, ਬਾਬਾ ਬੁੱਢਾ ਯਾਦ ਕਰ ਰਹੇ ਹਜ਼ੂਰ ਨੂੰ, ਬੈਂਕੇ ਸ਼ਹਿਰ ਵਾਂਗੂ ਕਰ ਦਿਲ ਖਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਹੀ ਵਧੀਆ ਕਵਿਸ਼ਰੀ ਗਾਇਨ ਕੀਤੀ ਹੈ ਜੀ ਆਪ ਜੀ ਨੇ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਧਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਅੱਜ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਤੇ ਅੱਜ ਦਾ ਸੈਸ਼ਨ ਵੀ ਇਸੇ ਨਾਲ ਸੰਬੰਧਿਤ ਹੈ ਜੀ। ਅੱਜ ਦਾ ਪਹਿਲਾ ਸੈਸ਼ਨ ਲੈਣਗੇ ਵੀਰ ਹਰਮੀਤ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ। ਵੀਰ ਜੀ ਜੁੜ ਚੁੱਕੇ ਹਨ ਤਾਂ ਆਪਣਾ ਸੈਸ਼ਨ ਸ਼ੁਰੂ ਕਰਨ ਜੀ। ਹਾਂਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਭ ਤੋਂ ਪਹਿਲਾਂ ਤੇ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਔਰ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਔਰ ਭੈਣ ਜਸਪ੍ਰੀਤ ਕੌਰ ਜੀ, ਜਿਨ੍ਹਾਂ ਨੇ ਇਹ ਅੰਤ ਤੱਕ ਮਿਹਨਤ ਦੇ ਨਾਲ ਇਹ ਉਪਰਾਲਿਆਂ ਨੂੰ ਜਾਰੀ ਰੱਖਿਆ ਔਰ ਜਿਹਦੇ ਵਿੱਚ ਇਹ ਉਪਰਾਲਾ ਜਿਹੜਾ ਆ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਘਰ ਬੈਠੇ ਹੋਏ ਬੱਚਿਆਂ ਨੂੰ, ਉਹਨਾਂ ਦੇ ਪੇਰੈਂਟਸ ਨੂੰ ਤੇ ਹੋਰ ਸੰਗਤ ਨੂੰ ਗੁਰਮਤਿ ਨਾਲ ਜੋੜਨ ਦਾ ਔਰ ਆਪਣੀ ਸ਼ਖਸੀਅਤ ਨੂੰ ਉਭਾਰਨ ਦਾ ਉਪਰਾਲਾ ਜਿਹੜਾ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਔਰ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਹੈ। ਅੱਜ ਆਪਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਤੇ ਗੱਲ ਕਰਾਂਗੇ, ਕਿਉਂਕਿ ਅੱਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਆਗਮਨ ਗੁਰਪੁਰਬ ਅਸੀਂ ਬੜੀ ਸ਼ਾਨ ਨਾਲ ਮਨਾਉਂਦੇ ਹਾਂ, ਸ਼ੌਂਕ ਨਾਲ ਮਨਾਉਂਦੇ ਹਾਂ, ਸਹਿਜ ਨਾਲ ਮਨਾਉਂਦੇ ਹਾਂ ਔਰ ਸਾਡਾ ਫਰਜ਼ ਵੀ ਬਣਦਾ ਆ ਗੁਰਪੁਰਬ ਮਨਾਉਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਹਉ ਕੁਰਬਾਨੀ ਤਿੰਨਾਂ ਗੁਰਸਿੱਖਾਂ, ਭਾਉ ਭਗਤ ਗੁਰਪੁਰਬ ਕਰਮ। ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਆ ਜਿਹੜੇ ਭਾਵਨਾ ਭਗਤੀ ਦੇ ਨਾਲ ਗੁਰਪੁਰਬ ਕਰਦੇ ਨੇ, ਗੁਰਪੁਰਬ ਮਨਾਉਂਦੇ ਨੇ। ਮੈਂ ਉਹਨਾਂ ਤੋਂ ਕਹਿੰਦੇ ਨੇ ਕੁਰਬਾਨ ਜਾਂਦਾ, ਵਾਰਨੇ ਜਾਂਦਾ, ਸਦਕੇ ਜਾਂਦਾ। ਇੱਥੇ ਭਾਈ ਗੁਰਦਾਸ ਜੀ ਕਹਿੰਦੇ ਨੇ। ਤੋ ਭਾਈ ਗੁਰਦਾਸ ਜੀ ਨੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਰੇ ਵਿੱਚ ਜੋ ਬੱਚੀ ਨੇ ਵੀ ਹੁਣੇ ਪੜ੍ਹਿਆ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਹੁਣ ਇਹਦੇ ਵਿੱਚ ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ ਹੈ। ਤੋ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਪੰਜ ਗੁਰੂ ਸਾਹਿਬਾਨ ਤੇ ਛੇਵਾਂ ਗੁਰੂ ਛਠਮ ਪੀਰ ਭਾਰੀ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਬਾਰੇ ਦੱਸਦੇ ਨੇ। ਔਰ ਸਿਧਾਂਤ ਉਹੀ ਹੈ ਗੁਰਮਤਿ ਦਾ, ਜਿਵੇਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ, ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ, ਅੱਗੇ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਤੱਕ। ਤੋ ਉੱਥੇ ਵੀ ਸਰੀਰ ਜਿਹੜਾ ਆ ਉਹ ਬਦਲਿਆ ਆ, ਜੋਤ ਉਹੀ ਆ। ਇੱਥੇ ਵੀ ਇਹੀ ਲਿਖਿਆ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਰੇ ਕਹਿ ਰਹੇ ਨੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਸਰੀਰ ਨੂੰ ਬਦਲ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰੂਪੀ ਜਿਹੜੀ ਮੂਰਤੀ ਹੈ ਉਹ ਬਣਾ ਦਿੱਤੀ। ਮੂਰਤ ਦੇ ਅਰਥ ਜਿਹੜੇ ਨੇ ਇੱਥੇ ਹੋਂਦ ਹੈ, ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹੀ ਅਰਥ ਨੇ ਕਿ ਪਰਮਾਤਮਾ ਹੋਂਦ ਵਾਲਾ ਹੈ। ਔਰ ਇੱਥੇ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰ, ਹੁਣ ਇੱਥੇ ਸੋਢੀਆਂ ਦੀ ਪੀੜੀ ਜਿਹੜੀ ਉਹ ਚੱਲ ਗਈ, ਕਿਉਂਕਿ
ਗੁਰੂ ਰਾਮਦਾਸ ਮਹਾਰਾਜ ਤੋਂ ਬਾਅਦ ਇਹ ਸੋਢੀ ਵੰਸ਼ ਦੇ ਵਿੱਚੋਂ ਗੁਰੂ ਸਾਹਿਬਾਨ ਹੋਏ ਸਨ। ਪਰ ਨਾਲ ਇੱਕ ਵਿਸ਼ੇਸ਼ ਗੱਲ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਤੇ ਕੀਤੀ ਗਈ ਆ, ਉਹ ਇਹ ਕੀਤੀ ਗਈ ਕਿ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਇਹਦੇ ਤੇ ਸਾਨੂੰ ਵਿਸ਼ੇਸ਼ ਧਿਆਨ ਜਿਹੜਾ ਅੱਜ ਦੇਣਾ ਪਵੇਗਾ ਕਿ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਦਲ ਭੰਜਨ ਦਾ ਭਾਵ ਤੇ ਇਹੀ ਆ ਕਿ ਦਲਾਂ ਨੂੰ ਖਤਮ ਕਰ ਦੇਣ ਵਾਲਾ। ਹੁਣ ਦਲ ਜਿਹੜੇ ਜ਼ਾਲਮ ਦਲਾਂ ਨੂੰ, ਗੁਰ ਸੂਰਮਾ, ਗੁਰੂ ਐਸਾ ਸੂਰਮਾ ਹੈ, ਫਿਰ ਵੱਡਾ ਯੋਧਾ ਵੀ ਹੈ ਤੇ ਪਰਉਪਕਾਰੀ। ਯੋਧੇ ਜੰਗਾਂ ਯੁੱਧਾਂ ਵਿੱਚ ਲੜਦੇ ਹੁੰਦੇ ਸਨ, ਪਰ ਜੰਗਾਂ ਯੁੱਧਾਂ ਵਿੱਚ ਲੜਦਿਆਂ ਹੋਇਆਂ ਯੋਧਿਆਂ ਨੇ ਜੰਗ ਤੇ ਜਿੱਤੀ, ਜੰਗ ਜਿੱਤ ਕੇ ਆਪਣੀ ਅਣਖ ਨੂੰ ਵੀ ਵਧਾਇਆ ਹੈ, ਆਪਣੀ ਗੈਰਤ ਨੂੰ ਵੀ ਵਧਾਇਆ ਸੀ। ਪਰ ਪਰਉਪਕਾਰੀ ਯੋਧਾ ਨਹੀਂ ਕੋਈ ਟੱਕਰਿਆ ਸੀ। ਯੋਧੇ ਹੋਏ ਸੀ ਉਹ ਹੰਕਾਰੀ ਤੇ ਹੋ ਜਾਂਦੇ ਸੀ ਯੋਧੇ, ਪਰ ਪਰਉਪਕਾਰੀ ਨਹੀਂ ਸੀ ਹੋਏ। ਤੇ ਗੁਰਮਤ ਦਾ ਰਸਤਾ ਜਿਹੜਾ ਹੈ, ਸਿੱਖੀ ਦਾ ਮਾਰਗ ਜਿਹੜਾ ਹੈ, ਉਹ ਪਰਉਪਕਾਰ ਤੋਂ ਹੀ ਸ਼ੁਰੂ ਹੁੰਦਾ ਹੈ, ਔਰ ਪਰਉਪਕਾਰ ਹੀ ਧਰਮ ਸਿਖਾਉਂਦਾ ਹੈ। ਇਹ ਕਹਿ ਲਓ ਕਿ ਧਰਮ ਦੀ ਨੀਂਹ ਪਰਉਪਕਾਰ ਤੋਂ ਬਿਨਾਂ ਵੱਜ ਹੀ ਨਹੀਂ ਸਕਦੀ। ਕਿਉਂਕਿ ਜਦੋਂ ਦੂਜੇ ਲਈ ਸੋਚਣ ਦੀ ਗੱਲ ਹੁੰਦੀ ਆ, ਉੱਥੇ ਅਸੀਂ ਕਹਿ ਸਕਦੇ ਹਾਂ ਵੀ ਇਹ ਪਰਉਪਕਾਰ ਦੀ ਭਾਵਨਾ ਹੈ, ਪਰਉਪਕਾਰ ਦੀ ਗੱਲ ਹੈ। ਆਮ ਤੌਰ ਤੇ ਕੀ ਹੁੰਦਾ ਆ ਕਿ ਪਰਉਪਕਾਰ ਦੀ ਜਿਹੜੀ ਭਾਵਨਾ ਹੈ ਉਹ ਗੈਰ ਧਰਮੀ ਵਿੱਚ ਹੋ ਹੀ ਨਹੀਂ ਸਕਦੀ। ਇੱਥੇ ਹੁਣ ਵੱਡ ਜੋਧਾ ਬਹੁ ਪਰਉਪਕਾਰੀ ਦੀ ਗੱਲ ਕੀਤੀ, ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚ ਜਦੋਂ ਤੁਸੀਂ ਦੇਖੋਗੇ ਤੇ ਪਰਉਪਕਾਰ ਦੀ ਭਾਵਨਾ ਹਰ ਥਾਂ ਤੇ ਤੁਹਾਨੂੰ ਦੇਖਣ ਨੂੰ ਮਿਲੇ। ਸੂਰਮਾ ਕਦੇ ਜੰਗ ਯੁੱਧ ਦੇ ਮੈਦਾਨ ਵਿੱਚ ਵੀ ਪਰਉਪਕਾਰੀ ਹੋਇਆ ਹੈ, ਇਹ ਨਹੀਂ ਅਸੀਂ ਦੇਖ ਸਕਦੇ ਕਦੇ, ਕਿਉਂਕਿ ਉੱਥੇ ਤੇ ਹੰਕਾਰੀ ਹੋ ਜਾਂਦੇ ਨੇ, ਉੱਥੇ ਤੇ ਜੋਸ਼ ਵਿੱਚ ਆਉਂਦੇ ਨੇ। ਪਰਉਪਕਾਰ ਕਰਨ ਦੀ ਗੱਲ ਉੱਥੇ ਕਿਤੇ, ਉੱਥੇ ਤੋਂ ਦੁਸ਼ਮਣ ਨੂੰ ਮਾਰਨ ਦੀ ਗੱਲ ਹੁੰਦੀ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚੌਥੇ ਜੰਗ ਵਿੱਚੋਂ ਪਰਉਪਕਾਰ ਦੀ ਝਲਕ ਚਮਕਦੀ। ਹਾਲਾਂਕਿ ਪਰਉਪਕਾਰ ਤੇ ਕਰਦੇ ਨੇ, ਸ਼ਮਸ਼ੀਰ ਹੀ ਪਰਉਪਕਾਰ ਲਈ ਚੁੱਕੀ, ਮਜਲੂਮਾਂ ਦੀ ਰੱਖਿਆ ਲਈ ਚੁੱਕੀ, ਜ਼ਾਲਮ ਦੀ ਹੱਤਿਆ ਲਈ ਚੁੱਕੀ। ਪਰਉਪਕਾਰ ਦਾ ਮਤਲਬ ਹੈ, ਸੋ ਪਰਉਪਕਾਰ ਜਿਹੜਾ ਆ ਉਹ ਗੁਰੂ ਸਾਹਿਬ ਨੇ ਸਿਖਾਇਆ ਕਿ ਸ਼ਮਸ਼ੀਰ ਨਾਲ ਵੀ ਕੀਤਾ ਜਾ ਸਕਦਾ। ਪਰਉਪਕਾਰ ਕਲਮ ਨਾਲ ਵੀ ਕੀਤਾ ਜਾ ਸਕਦਾ ਹੈ। ਪਰਉਪਕਾਰ ਕੇਵਲ ਧਨ ਨਾਲ ਹੀ ਨਹੀਂ, ਪਰਉਪਕਾਰ ਗਿਆਨ ਰਾਹੀਂ ਵੀ ਕੀਤਾ ਜਾ ਸਕਦਾ ਹੈ। ਪਰਉਪਕਾਰ ਕਰਨਾ ਹੈ ਤੇ ਬਹੁਤ ਕੁਝ ਹੈ ਜਿਹੜਾ ਅਸੀਂ ਕਿਸੇ ਨੂੰ ਦੇ ਸਕਦੇ ਹਾਂ। ਪਰ ਦਾ ਮਤਲਬ ਦੂਜਾ, ਦੂਜੇ ਨੂੰ ਕੁਝ ਦੇਣਾ, ਤੇ ਧਰਮ ਦੇ ਅਰਥ ਹੀ ਦੇਣਾ ਹੁੰਦਾ ਹੈ, ਕੁਝ ਲੈਣਾ ਨਹੀਂ ਹੁੰਦਾ। ਗੁਰੂ ਸਾਹਿਬਾਨ ਨੇ ਜਦੋਂ ਸਾਨੂੰ ਧਰਮ ਦੀ ਗੱਲ ਕੀਤੀ ਤੇ ਆਪਣਾ ਪਹਿਲਾਂ ਸੀਸ ਦੇਣ ਦੀ ਗੱਲ ਕੀਤੀ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇੱਥੇ ਹੁਣ ਬੜੀ ਵਿਸ਼ੇਸ਼ ਗੱਲ ਆ, ਵੱਡ ਜੋਧਾ ਬਹੁ ਪਰਉਪਕਾਰੀ, ਵੱਡਾ ਯੋਧਾ ਵੀ ਹੈ ਤੇ ਪਰਉਪਕਾਰੀ ਵੀ ਹੈ। ਹੁਣ ਗੁਰੂ ਸਾਹਿਬ ਦੇ ਜੀਵਨ ਦੀ ਜਦੋਂ ਗੱਲ ਕਰੀਏ ਤੇ ਜੀਵਨ ਦੇ ਵਿੱਚੋਂ, ਫਲਸਫੇ ਚੋਂ ਪਹਿਲਾਂ ਬਚਪਨ ਹੀ ਆਉਂਦਾ ਹੈ। ਬਚਪਨ, ਜਨਮ, ਇਹ ਅਸੀਂ ਦੇਖਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਜ ਅਸੀਂ ਗੁਰਪੁਰਬ ਮਨਾ ਰਹੇ ਹਾਂ। ਬਹੁਤ ਬੱਚੇ ਨੇ ਜਿਹੜੇ ਇੱਥੇ ਦੇਖ ਰਹੇ ਨੇ, ਕੈਂਪ ਲਗਾ ਰਹੇ ਨੇ। ਤਾਂ ਮੈਂ ਇੱਕ ਸਵਾਲ ਕਰਾਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਕਿਸ ਤਰੀਕ ਨੂੰ ਹੋਇਆ ਸੀ, ਕਿਹੜੇ ਸਨ ਚ ਹੋਇਆ ਸੀ? ਕੋਈ ਦੱਸ ਸਕਦਾ ਬੱਚਾ? ਹਾਂਜੀ, ਕੋਈ ਬੱਚਾ ਦੱਸ ਸਕਦਾ ਜੀ? ਕੋਈ ਬੱਚਾ ਜੀ ਜਿਹੜਾ ਗੁਰੂ ਸਾਹਿਬ ਅੱਜ ਅਸੀਂ ਗੁਰਪੁਰਬ ਮਨਾ ਰਹੇ ਹਾਂ ਤੇ ਗੁਰਪੁਰਬ ਦੇ ਲਈ ਗੁਰੂ ਸਾਹਿਬ ਦੀ ਜਿਹੜੀ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ 1595 ਨੂੰ ਹੋਇਆ। 1595, ਠੀਕ ਹੈ। ਹਾਂਜੀ ਹਾਂਜੀ, ਠੀਕ ਹੈ ਜੀ, ਵੈਰੀ ਗੁੱਡ। ਕਈਆਂ ਨੇ 9 ਜੂਨ ਲਿਖਿਆ ਹੈ, ਕਿਸੇ ਨੇ ਮਈ ਵੀ ਲਿਖਿਆ ਹੈਗਾ ਆ, ਇਤਿਹਾਸਕਾਰਾਂ ਨੇ। ਕਿਉਂਕਿ ਜਿਹੜੇ ਡੇਟਸ ਹੈਗੀਆਂ ਨੇ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਨੇ, ਮੈਂ ਅੱਜ ਦੱਸਣਾ ਚਾਹੁੰਦਾ ਆ। ਪਰ ਜਿਹੜੇ ਸਨ ਹੈ ਉਹ ਸਾਰਿਆਂ ਨੇ 1595 ਹੀ ਮੰਨਿਆ ਹੈ। ਔਰ ਇਹਨਾਂ ਦੇ ਮਾਤਾ ਜੀ ਦਾ ਨਾਮ ਮਾਤਾ ਗੰਗਾ ਜੀ,
ਤੇ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਦੇ ਪਿਤਾ ਜੀ ਨੇ। ਔਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਗੁਰਮਤ ਦੀ ਗੁੜਤੀ ਦਿੱਤੀ। ਔਰ ਗੁਰਮਤ ਦੀ ਵਿਦਿਆ ਜਿਹੜੀ ਹੈ ਉਹ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਸਿੱਖ ਨੂੰ ਆਪਣੇ ਬੱਚਿਆਂ ਨੂੰ ਗੁਰਮਤ ਦੀ ਵਿਦਿਆ ਦਿਵਾਉਣੀ। ਦੂਸਰੀ ਵਿਦਿਆ ਤੇ ਸਾਰੇ ਦਿਵਾਉਂਦੇ ਨੇ। ਔਰ ਮੈਂ ਇੱਥੇ ਵਿਸ਼ੇਸ਼ ਤੌਰ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਸਾਰਾ ਉਪਰਾਲਾ ਜਿਹੜਾ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਹੈ, ਜਿਹਦੇ ਵਿੱਚ ਦੁਨਿਆਵੀ ਵਿਦਿਆ ਦੇਣਾ ਤੇ ਹੈ ਹੀ ਹੈ, ਪਰ ਨਾਲ ਗੁਰਮਤ ਦੀ ਵਿਦਿਆ, ਤਾਂ ਕਿ ਜੇ ਗੁਰਮਤ ਦੀ ਵਿਦਿਆ ਹੋਵੇਗੀ ਤੇ ਫਿਰ ਪਰਉਪਕਾਰੀ ਹੋਵੇਗੀ ਵਿਦਿਆ, ਤੇ ਪਰਉਪਕਾਰੀ ਤੋਂ ਬਿਨਾਂ ਜਿਹੜਾ ਯੋਧਾ ਵੀ ਨਹੀਂ ਹੋ ਸਕਦਾ ਤੇ ਧਰਮੀ ਵੀ ਨਹੀਂ ਹੋ ਸਕਦਾ। ਵੱਡ ਯੋਧਾ ਬਹੁ ਪਰਉਪਕਾਰੀ। ਤੋ ਵੱਡ ਯੋਧਾ ਬਹੁ ਪਰਉਪਕਾਰੀ ਤਾਂ ਹੀ ਹੋਵੇਗਾ ਜੇ ਉਹ ਪਰਉਪਕਾਰ ਦੇ ਲਈ ਗੁਰਮਤ ਦੀ ਉਹਦੇ ਕੋਲ ਵਿਦਿਆ ਹੋਵੇਗੀ, ਕਿਉਂਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੀ ਹੁੰਦਾ ਹੈ। ਤੋ ਇੱਥੇ ਹੁਣ ਅੱਗੇ ਕਹਿੰਦੇ ਚੱਲੀ ਪੀੜੀ ਸੋਢੀਆਂ, ਵੀਰ ਜੀ ਨੇ ਅੱਗੇ ਲਾ ਦਿੱਤਾ, ਚਲੋ ਇਹਦੇ ਵੀ ਆਪਾਂ ਕਰ ਦਿੰਦੇ ਹਾਂ। ਰੂਪ ਦਿਖਾਵਨ ਮਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰਉਪਕਾਰੀ। ਤੋ ਇੱਥੇ ਵੱਡਾ ਯੋਧਾ ਤੇ ਪਰਉਪਕਾਰੀ ਗੁਰੂ ਹੈ। ਹੁਣ ਇਹ ਪਰਉਪਕਾਰੀ ਗੁਰੂ ਹੈ ਤੇ ਅੱਗੇ ਕਹਿੰਦੇ ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ। ਚਲੋ ਤੁਸੀਂ ਸ਼ਬਦ ਲਗਾ ਦਿੱਤਾ ਤੇ ਆਪਾਂ ਗੱਲ ਕਰ ਲੈਂਦੇ ਹਾਂ। ਅਰਦਾਸ ਕਰਕੇ ਸਿੱਖ ਜਿਹੜੇ ਨੇ ਨਾ ਉਹ ਗੁਰੂ ਸਾਹਿਬ ਤੋਂ ਪੁੱਛਦੇ ਪਏ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ, ਮਹਾਰਾਜ ਤੁਹਾਡੇ ਤੱਕ ਤੇ ਅਸੀਂ ਦਰਸ਼ਨ ਕੀਤੇ ਨੇ। ਹੁਣ ਅੱਗੇ ਕੀ ਗੱਲ ਹੋਏਗੀ? ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਅਗਮ ਨੇ, ਅਗੋਚਰ ਨੇ, ਉਹ ਬੋਲੇ ਨੇ। ਕਹਿੰਦੇ ਕਲਯੁਗ ਪੀੜੀ ਸੋਢੀਆਂ, ਕਲਯੁਗ ਪੀੜੀ ਸੋਢੀਆਂ ਨੇਚਲ ਨੀਵ ਉਸਾਰ ਖਿਲਾਰ। ਇਹ ਕਹਿੰਦੇ ਨੇਚਲ ਨੀਵ ਰੱਖ ਚੱਲੀਆਂ ਸੀ ਗੁਰਿਆਈ ਵੱਲ। ਨੇਚਲ ਨੀਵ ਦੇ ਅਰਥ ਹੁੰਦੇ ਨੇ ਜਿਹੜੀ ਸਦਾ ਟਿਕੇ ਰਹਿਣ ਵਾਲੀ ਹੋਵੇ, ਜਿਹੜੀ ਹਿੱਲੇ ਨਾ, ਜਿਹੜੀ ਖਤਮ ਨਾ ਹੋ। ਤੋ ਕਹਿੰਦੇ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਹੁਣ ਇੱਥੇ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਦੇ ਇੱਥੇ ਸਪਸ਼ਟ ਸਾਨੂੰ ਅਰਥ ਹੋਣੇ ਚਾਹੀਦੇ ਨੇ, ਕਿਉਂਕਿ ਇਸ ਪੰਗਤੀ ਨੂੰ ਲੈ ਕੇ ਬਹੁਤ ਭਰਮਾਇਆ ਗਿਆ ਸਿੱਖਾਂ ਨੂੰ ਕਿ ਜੁਗਾ ਜੁਗਾਂਤਰਾਂ ਤੋਂ ਸਤਿਗੁਰੂ ਅਵਤਾਰ ਧਾਰਨ ਕਰੀ ਆ ਰਹੇ ਨੇ। ਔਰ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਿਹੜੀ ਗੁਰੂ ਡੰਮ ਦੀ ਗੱਲ ਹੈ ਅੱਜ ਚੱਲ ਰਹੀ ਆ, ਜਾਂ ਮਨੁੱਖੀ ਗੁਰੂ ਦੀ ਗੱਲ ਚੱਲ ਰਹੀ ਆ, ਕਹਿੰਦੇ ਵੀ ਹੈਗੇ ਨੇ, ਜਾਂ ਕਈ ਸੰਸਥਾਵਾਂ ਨੇ ਇਸ ਤਰ੍ਹਾਂ ਦੀਆਂ, ਜਾਂ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਸੰਸਥਾਵਾਂ ਚੱਲ ਰਹੀਆਂ ਨੇ, ਜਾਂ ਪਰੰਪਰਾ ਚੱਲ ਰਹੀ ਆ ਵੀ ਗੁਰੂ ਨੂੰ ਮੰਨ ਰਹੇ ਨੇ ਮਨੁੱਖ ਨੂੰ। ਇੱਥੇ ਯੁੱਗ ਯੁੱਗ ਦੇ ਅਰਥ ਹੁੰਦੇ ਨੇ ਦੋ। ਯੁੱਗ ਤੇ ਯੁੱਗ, ਦੋ ਵਾਰੀ ਯੁੱਗ ਯੁੱਗ, 2 + 2 4। ਸਤਿਗੁਰੂ ਜੀ ਨੇ ਇੱਥੇ ਨਿਰਣਾ ਕਰ ਦਿੱਤਾ ਕਿ ਸਾਡੇ ਤੋਂ ਬਾਅਦ 4 ਗੁਰੂ ਸਾਹਿਬਾਨ ਹੋਰ ਹੋਣਗੇ ਜਿਹੜੇ ਅਵਤਾਰ ਧਾਰਨ ਕਰਨਗੇ। ਉਸ ਤੋਂ ਬਾਅਦ ਅਵਤਾਰੀ ਪਰੰਪਰਾ ਖਤਮ ਹੋ ਜਾਏਗੀ, ਭਾਵ ਮਨੁੱਖੀ ਜਿਹੜੀ ਦੇਹੀ ਵਾਲਾ ਗੁਰੂ ਵਾਲੀ ਪਰੰਪਰਾ ਖਤਮ ਹੋ ਜਾਏਗੀ। ਯੁੱਗ ਯੁੱਗ ਦੇ ਅਰਥ ਇੱਥੇ ਕੀਤੇ ਨੇ 2 + 2 4 ਗੁਰੂ ਸਾਹਿਬਾਨ ਸਾਡੇ ਤੋਂ ਬਾਅਦ ਹੋਰ ਹੋਣਗੇ। ਗੁਰੂ ਸਾਹਿਬ 6ਵੇਂ ਗੁਰੂ ਨੇ, ਉਸ ਤੋਂ ਬਾਅਦ 4 ਗੁਰੂ ਗੋਬਿੰਦ ਸਿੰਘ ਤੱਕ ਹੋਰ ਆਏ, ਉਹਨਾਂ ਅਵਤਾਰ ਧਾਰਨ ਕੀਤਾ। ਤੋ ਇਹ ਭਾਈ ਗੁਰਦਾਸ ਜੀ ਦੀ ਵਾਰ ਹੈ ਜਿਹਦੇ ਵਿੱਚ ਸਤਿਗੁਰੂ ਜੀ ਦੇ ਬਾਰੇ ਉਹਨਾਂ ਦੱਸਿਆ। ਤੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਪਰਉਪਕਾਰ। ਹੁਣ ਪਰਉਪਕਾਰੀ ਜਿਹੜੇ ਨੇ ਉਹ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚ ਵੀ ਅਸੀਂ ਪੜ੍ਹੀਏ, ਤੇਰੇ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰਸੋ ਲੈਣ ਮਿਲਾਏ। ਤੋ ਪਰਉਪਕਾਰੀ ਜੀ ਵੀ ਹੈ ਜਿਹੜੇ ਹਰੀ ਨਾਲ ਮਿਲਦੇ ਨੇ ਤੇ ਹਰੀ ਨਾਲ ਮਿਲਾਉਂਦੇ ਨੇ। ਤੋ ਧਰਮ ਦਾ ਮਾਰਗ ਹੀ ਪਰਉਪਕਾਰ ਚੱਲਦਾ ਹੈ। ਤੋ ਵਿਦਿਆ ਦੀ ਗੱਲ ਜਿਹੜੀ ਮੈਂ ਕਰ ਰਿਹਾ ਸੀ, ਐਜੂਕੇਟ ਪੰਜਾਬ ਪ੍ਰੋਜੈਕਟ ਦੇ ਇਹ ਗੱਲ ਸਮਝ ਲਈ ਹੈ ਵੀ ਵਿਦਿਆ ਪਰਉਪਕਾਰੀ ਤਾਂ ਬਣ ਸਕਦੀ ਜੇ ਗੁਰਮਤ ਹੋਵੇਗੀ ਤਾਂ। ਜੇ ਗੁਰਮਤ ਨਹੀਂ ਹੋਵੇਗੀ ਤੇ ਵਿਦਿਆ ਪਰਉਪਕਾਰੀ ਨਹੀਂ ਹੋਵੇਗੀ। ਵਿਦਿਆ ਜਿਹੜੀ ਹੰਕਾਰੀ ਤੇ ਬਣਾ ਦੇਗੀ, ਵਿਦਿਆ ਲਾਲਚੀ ਤੇ ਬਣਾ ਦੇਗੀ, ਪਰ ਪਰਉਪਕਾਰੀ ਨਹੀਂ ਬਣਾ ਸਕਦੀ। ਇਸ ਲਈ ਗੁਰਮਤ ਦਾ ਹੋਣਾ ਜਿਹੜਾ ਆ ਉਹ ਜ਼ਰੂਰੀ ਹੈ। ਔਰ ਗੁਰੂ ਸਾਹਿਬ ਨੇ ਕਿਹਾ ਵਿਦਿਆ ਦਾ ਵਿਚਾਰਵਾਨ ਹੋਣਾ ਚਾਹੀਦਾ, ਤੇ ਵਿਚਾਰਵਾਨ ਸਿੱਖ ਹੈ। ਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਹੀ ਵਿਚਾਰਨ ਦੀ ਗੱਲ ਜਿਹੜੀ ਆ ਉਹ ਗੁਰੂ ਸਾਹਿਬ ਨੇ ਉਪਦੇਸ਼ ਰੂਪ ਵਿੱਚ ਦਿੱਤੀ। ਜਿਵੇਂ ਅਸੀਂ ਪੜ੍ਹਦੇ ਹਾਂ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਵਡਿਆਈਆਂ ਦੀ ਵਿਚਾਰ ਕਰਦੀ ਹੈ। ਪਰਮਾਤਮਾ ਦੀਆਂ ਵਡਿਆਈਆਂ ਹੀ ਨੇ ਸਾਰੀਆਂ, ਔਰ ਉਹਨਾਂ ਵਡਿਆਈਆਂ ਦੀ ਵਿਚਾਰ ਅਸੀਂ ਕਰਨੀ। ਹੁਣ ਇੱਥੇ
जन्म जिहड़ा आ वो गुरु साहिबान दा 9 जून 1595 च होया। और माता गंगा जी ਵੱਖ-ਵੱਖ डेटा ਤੁਹਾਨੂੰ मैं पहला बेनती कर चुका भी डेटा ਵੱਖ-ਵੱਖ लिखियां ने पर 1595 तकरीबन लिखिया। उस तो बाद अगे माता पिता माता गंगा जी और गुरु अर्जन साहब महाराज। और विद्या की गल आई सी, अखरी विद्या जिहड़ी आ वो पहला होनी चाहिए। अखरी विद्या जिहड़ी है वो पढ़न लिखन की निशानी है, विद्यावान होने की निशानी है। लिखती रूप विच कुछ ना कुछ लिखना आना चाहिए है। और अज जदों तुसीं विद्यावान की गल करते तो उन्होंने पढ़िया लिखिया कहने, कला पढ़िया नहीं कहते, पढ़िया लिखिया कहने भी ये लिखण भी जानता है, लिखनी शैली। और लिखने अखर ने, अखरां नाल ही ज्ञान होंदा। अखरी नाम अखरी सलाह अखरी ज्ञान गीत गुण गा, अखरी लिखण बोलन बाण, अखरां सिर संजोग वखाण, जिन्हें लिखे तिसरना। गुरु साहब कहते तो इत्थे हुण अखरी विद्या जिहड़ी सी वो बाबा बुढ़ा जी कोलों दवाई। गुरमुखी दी अखर लिखने बाबा बुढ़ा जी कोलों सीखे, घोड़सवारी सीखी, शस्त्र विद्या सीखी। और दो जिहड़े मुख टीचर सन इन्हां दे गुरु हरगोबिंद साहब महाराज जी दे, एक ते बाबा बुढ़ा जी ते दूसरे भाई गुरदास। भाई गुरदास जी भी बड़े विद्वान हुए ने जिन्हां ने गुरु ग्रंथ साहब महाराज जी दा स्वरूप जिहड़ा सी वो लिखिया सी। गुरु साहब लिखाउंदे ने ते भाई गुरदास जी लिखते ने, गुरु अर्जन साहब लिखाउंदे। फिर ये विद्या भी हासिल करन लगे ने जदों बचपन दे विच अखरी विद्या दा ज्ञान। पर इन्हां दा ही एक ताया आ, ताया जी लगदे ने गुरु हरगोबिंद साहब महाराज जी दे। उन्हां दा नाम कोई बच्चा दसेगा जी गुरु हरगोबिंद साहब महाराज जी दे ताए दा? क्योंकि अज असीं गुरु साहब बारे जानकारी लैनी है जी। खालसा फतेह जी। हमारा ताया जी का नाम सी पृथ्वी चंद जी। हाँ जी, पृथ्वी चंद। अच्छा, होर दस सकदे पृथ्वी चंद ने की कीता सी जी? चलो, जिहड़ा पृथ्वी चंद सी वो संसारी बिरती दा बंदा सी। हुण इत्थे संसारी बिरती तो ये भी नहीं लै लेना कि असीं संसार विच नहीं रहना। बिरती दे अर्थ ने हर वेले ही संसार विच ही मगन रहना, निरंकार नूं भुल ही जाना। ते जे निरंकार दे काम भी करने, धर्म दे भी काम करने आ ते सुरत विच निरंकार न रहे, सुरत विच संसार ही रहे। संसारी बिरती दे अर्थ ने कि जदों सुरत विच हर वेले ही संसार रहिंदा आ, हर वेले ही व्यापार रहिंदा आ, हर वेले ही अंधकार रहिंदा आ, भावें कर्म धर्म दा ही कर रहा होवे, उहनूं संसारी बिरती कहंदे ने। हुण धर्म दा कर्म करन दे विच प्रबंधकां दे रूप विच उभर के एक शख्सियत आई आ, उहनूं कहंदे सी पृथ्वी चंद। ये गुरु साहब दे जिहड़े सीगे ये ताया जी सी गुरु हरगोबिंद साहब महाराज, गुरु अर्जन साहब महाराज जी दे वड्डे भरा। पर प्रबंधक बड़े वधिया सी। प्रबंध जिहड़ा सी सारा गुरु घर दा इन्हां दे कोल सी और बड़े सुचज्जे ढंग नाल पैसे टके दा हिसाब किताब सारा प्रबंध बड़े वधिया करदे सी। पर बिरती संसारी सी। आखिर संसारी बिरती होने कारण गुरु रामदास महाराज के समय तो ही इन्हां ने मन विच एक गल सोच ली सी कि वड्डा पुत्र मैं आ ते गद्दी मैनूं ही मिलनी चाहिदी है। पृथ्वी चंद ने यह गल सोच ली सी कि मेरे तो बिना किसी होर नूं नहीं चाहिदी, क्योंकि मैं वड्डा है ते गद्दी दा हकदार मैं। और जदों गद्दी मिलती है उन्होंने जिहड़ा जोग होवे ते धुर दरगाह तो जिहदे हिस्से विच आवे। तो गुरु अर्जन साहब महाराज नूं जदों गुरु रामदास महाराज ने गुरगद्दी दित्ती और गुरियाई बख्श के बाद विच जदों अंतिम अरदास के भोग की गल, जिन्हों अज असीं अंतिम अरदास कहने आ, गुरु रामदास महाराज जी के भोग ते सारे इकट्ठे होए जदों उन्हां दे ते उस वेले दो पग्गां जिहड़ियां ने वो बाबा बुढ़ा जी लैके आए सन। एक ते ਉਹਦੇ ਚ ਬੰਸਾਮਲੀ ਨਾਮੇ ਤੇ ਲਿਖਿਆ ਮਰਨੇ ਦੀ ਪੱਗ ਪ੍ਰਿਥੀਏ ਬੱਧੀ, ਗੁਰਿਆਈ ਪਦ ਅਰਜਨ ਲੱਦੀ। तो उत्थे आ कि जिहड़ी पिता तो बाद वड्डे पुत्र की जिम्मेवारी वाली संसारिक जिहड़ी जिम्मेवारी की पग आ
ਉਹ ਪ੍ਰਿਥੀ ਚੰਦ ਨੂੰ ਦਿੱਤੀ ਗਈ। ਪਰ ਜਿਹੜੀ ਗੁਰਿਆਈ ਦੀ ਪੱਗੀ ਸੀ ਉਹ ਗੁਰੂ ਅਰਜਨ ਸਾਹਿਬ ਨੂੰ ਦੇਤੀ, ਤੇ ਪ੍ਰਿਥੀ ਚੰਦ ਉੱਥੇ ਵੀ ਲੜ ਪਿਆ ਤੇ ਪੱਗ ਖੋਲ ਲਈ ਸਤਿਗੁਰੂ ਜੀ ਦੇ ਕੋਲ। ਇਸ ਤਰ੍ਹਾਂ ਦਾ ਸੁਭਾਅ ਸੀ ਪ੍ਰਿਥੀ ਚੰਦ। ਹੁਣ ਪ੍ਰਿਥੀ ਚੰਦ ਜਿਹੜਾ ਸੀ ਉਹ ਨਹੀਂ ਸੀ ਚਾਹੁੰਦਾ ਵੀ ਗੁਰਿਆਈ ਜਿਹੜੀ ਆ ਗੁਰੂ ਅਰਜਨ ਸਾਹਿਬ ਕੋਲ ਜਾਏ। ਉਹਨੇ ਬੜੇ ਯਤਨ ਕੀਤੇ। ਫੇਰ ਕੀ ਹੋਇਆ, ਜਦੋਂ ਸੰਗਤਾਂ ਨੂੰ ਪਤਾ ਲੱਗ ਗਿਆ, ਭਾਈ ਗੁਰਦਾਸ ਜੀ ਨੇ ਸੰਗਤਾਂ ਨੂੰ ਸਾਰੀਆਂ ਨੂੰ ਸੁਚੇਤ ਕੀਤਾ ਇਸ ਪ੍ਰਿਥੀ ਚੰਦ ਤੋਂ, ਕਿਉਂਕਿ ਪ੍ਰਿਥੀ ਚੰਦ ਪੈਸਾ ਇਕੱਠਾ ਕਰਨ ਲੱਗ ਪਿਆ। ਗੁਰੂ ਕੀ ਸੰਗਤ ਦਾ ਸਾਰੇ ਮਸੰਦਾਂ ਕੋਲੋਂ ਮਸੰਦ ਆਪਣੇ ਨਾਲ ਗੰਢ ਲਏ ਤੇ ਗੁਰੂ ਕੇ ਲੰਗਰਾਂ ਵਿੱਚ ਰਸਤਨੀ ਭੇਜੀ। ਗੁਰੂ ਕੇ ਲੰਗਰ ਮਸਤ ਹੋਣੇ ਸ਼ੁਰੂ ਹੋ ਗਏ। ਲੰਗਰਾਂ ਦੀ ਹਾਲਤ ਜਿਹੜੀ ਸੀ ਬੜੀ ਖਸਤਾ ਹੋ ਗਈ। ਕਹਿ ਲਓ ਖਸਤਾ ਹੋਣ ਦਾ ਮਤਲਬ ਇਹ ਆ ਕਿ ਉੱਥੇ ਇਥੋਂ ਤੱਕ ਹਾਲਤ ਹੋ ਗਈ ਸੀ ਵੀ ਛੋਲੇ ਚੱਬ ਕੇ ਵੀ ਗੁਜ਼ਾਰਾ ਕਰਨਾ ਪੈ ਰਿਹਾ ਸੀ ਸੰਗਤਾਂ। ਔਰ ਜਿੱਥੇ ਘਿਓ ਦੇ ਲੰਗਰ ਬਣਦੇ ਸੀਗੇ ਉਹ ਉੱਥੇ ਇਸ ਤਰ੍ਹਾਂ ਦੀ ਹਾਲਤ ਕੀਤੀ। ਉਹਦਾ ਕਾਰਨ ਬਣੇ ਪ੍ਰਿਥੀ ਚੰਦ, ਕਿਉਂਕਿ ਪੈਸਾ ਸਾਰਾ ਆਪਣੇ ਕੋਲ ਇਕੱਠਾ ਕਰਨ ਲੱਗ ਗਿਆ। ਭਾਈ ਗੁਰਦਾਸ ਜੀ ਆਗਰੇ ਤੋਂ ਆਏ ਤੇ ਉਹਨਾਂ ਆ ਕੇ ਫਿਰ ਪ੍ਰਿਥੀ ਚੰਦ ਨੂੰ ਉਸ ਵਕਤ ਸਮਝਾਇਆ ਔਰ ਸੰਗਤਾਂ ਨੂੰ ਸੁਚੇਤ ਕੀਤਾ, ਤਾੜਨਾ ਵੀ ਕੀਤੀ। ਹੁਣ ਪ੍ਰਿਥੀ ਚੰਦ ਇਹ ਗੱਲ ਸਮਝ ਗਿਆ ਸੀ ਵੀ ਇਹ ਭਾਈ ਗੁਰਦਾਸ ਜੀ ਦੇ ਹੁੰਦਿਆਂ ਇਹ ਸੰਗਤਾਂ ਹੁਣ ਸੁਚੇਤ ਹੋ ਗਈਆਂ ਨੇ, ਸਿੱਧੀ ਗੱਦੀ ਨਹੀਂ ਮੈਂ ਲੈ ਸਕਦਾ। ਪਰ ਸਰਕਾਰੀ ਦਰਬਾਰੇ ਥੋੜਾ ਜਾਂਦਾ ਰਿਹਾ। ਸੁਲਹੀ ਖਾਨ ਨੂੰ ਕਦੇ ਚੜਾ ਕੇ ਲਿਆਉਂਦਾ ਆ, ਕਦੇ ਸੁਲਹੀ ਖਾਨ ਨੂੰ ਚੜਾ ਕੇ ਲਿਆਉਂਦਾ ਆ, ਗੁਰੂ ਸਾਹਿਬ ਤੇ ਹਮਲੇ ਕਰਵਾਉਂਦਾ ਆ, ਪਰ ਉਹ ਵੀ ਮਰ ਜਾਂਦੇ ਨੇ, ਗੁਰੂ ਸਾਹਿਬ ਤੱਕ ਪਹੁੰਚਦੇ ਨੇ। ਫਿਰ ਇਹਦੇ ਅੰਦਰ ਇੱਕ ਆਸ ਵੱਜਦੀ ਹੈ, ਕਿਉਂਕਿ 14 ਸਾਲ ਗੁਰੂ ਸਾਹਿਬ ਦੇ ਵਿਆਹ ਨੂੰ ਹੋ ਚੁੱਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਤੇ 14 ਸਾਲ ਤੱਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਕੋਈ ਔਲਾਦ ਨਹੀਂ ਸੀ। ਭਾਵ ਹਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਨਹੀਂ ਸੀ ਹੋਇਆ। ਔਰ ਪ੍ਰਿਥੀ ਚੰਦ ਦੀ ਜਿਹੜੀ ਸੁਪਤਨੀ ਸੀ ਉਹਦਾ ਨਾਂ ਸੀ ਬੀਬੀ ਕਰਮੋ। ਬੀਬੀ ਕਰਮੋ ਵੀ ਉਸੇ ਤਰ੍ਹਾਂ ਦੇ ਸੁਭਾਅ ਵਾਲੀ ਸੀ ਤੇ ਮਾਤਾ ਗੰਗਾ ਜੀ ਦੇ ਨਾਲ ਉਹ ਜਿਵੇਂ ਜਠਾਣੀਆਂ ਕਰਦੀਆਂ ਨੇ ਲੜਾਈ ਝਗੜੇ, ਉਸ ਤਰ੍ਹਾਂ ਹੌਲੇ ਹੌਲੇ ਤਾਨੇ ਮਿਹਣੇ ਲੜਾਈ ਝਗੜੇ ਕਰਦੇ ਰਹੇ। ਇੱਕ ਦਿਨ ਤੇ ਇੱਥੋਂ ਤੱਕ ਹੋਇਆ ਵੀ ਬੀਬੀ ਕਰਮੋ ਜਿਹੜੀ ਸੀ ਪ੍ਰਿਥੀ ਚੰਦ ਨੂੰ ਆਪਣੇ ਪਤੀ ਨੂੰ ਕਹਿੰਦੀ ਆ ਵੀ ਜੇ ਤੁਸੀਂ ਕਿਸੇ ਕੰਮ ਦੇ ਹੁੰਦੇ ਨਾ ਤੇ ਜਿਸ ਦੀ ਮਾਲਕਨ ਇਹਨਾਂ ਵਸਤੂਆਂ ਦੀ, ਕਿਉਂਕਿ ਭੇਟਾਵਾਂ ਬਹੁਤ ਆਉਂਦੀਆਂ ਨੇ, ਕਿਸੇ ਚੀਜ਼ ਦੀ ਕਮੀ ਨਹੀਂ ਗੁਰੂ ਘਰ ਦੇ ਵਿੱਚ, ਉਹ ਸਾਰੀਆਂ ਵਸਤੂਆਂ ਦੇਖਦੀ ਜਦੋਂ ਵੀ ਜਿਨ੍ਹਾਂ ਦੀ ਮਾਲਕਨ ਅੱਜ ਮਾਤਾ ਗੰਗਾ ਜੀ ਬਣੇ ਬੈਠੇ ਨੇ, ਉਹ ਮਾਲਕਨ ਮੈਂ ਹੋਣੀ ਚਾਹੀਦੀ ਸੀ, ਕਿਉਂਕਿ ਮੈਂ ਵੱਡੀ ਆ, ਤੁਸੀਂ ਵੱਡੇ ਹੋ, ਤੁਹਾਡਾ ਹੱਕ ਹੋਣਾ ਚਾਹੀਦਾ ਸੀਗਾ, ਆਪ ਗੁਰਿਆਈ ਤੁਹਾਡੇ ਕੋਲ ਹੋਣੀ ਚਾਹੀਦੀ ਸੀ। ਤੋ ਉਸ ਵੇਲੇ ਪ੍ਰਿਥੀ ਚੰਦ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਵੀ ਗੁਰੂ ਅਰਜਨ ਸਾਹਿਬ ਦੇ ਘਰ ਕੋਈ ਔਲਾਦ ਨਹੀਂ ਹੈ ਔਰ ਸਾਨੂੰ ਮਿਹਰਬਾਨ ਪੁੱਤਰ ਮਿਲਿਆ। ਇਹਨਾਂ ਦੇ ਪੁੱਤਰ ਦਾ ਨਾਮ ਸੀ ਮਿਹਰਬਾਨ। ਸਾਨੂੰ ਪੁੱਤਰ ਮਿਲਿਆ ਆ, ਗੁਰੂ ਰਾਮਦਾਸ ਜੀ ਦੀ ਕਿਰਪਾ ਸਾਡੇ ਤੇ ਆ। ਔਰ ਕੀ ਹੋਇਆ ਜੇ ਸਾਨੂੰ ਗੁਰਿਆਈ ਨਹੀਂ ਮਿਲੀ, ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਪੁੱਤਰ ਜਿਹੜਾ ਹੈ ਮਿਹਰਬਾਨ, ਉਹਨੂੰ ਗੁਰਿਆਈ ਮਿਲੇਗੀ, ਉਹ ਗੁਰੂ ਬਣ ਜਾਏਗਾ। ਜੇ ਅਸੀਂ ਨਹੀਂ ਬਣ ਸਕੇ ਤੇ ਪੁੱਤਰ ਬਣ ਜਾਏਗਾ ਘਰ ਵਿੱਚ, ਤੇ ਸਾਡੇ ਪੁੱਤਰ ਨੂੰ ਮਿਲਣੀ। ਆਖਰ ਪੁੱਤਰ ਧੀਆਂ ਲਈ ਕਰਦਾ ਬੰਦਾ। ਤੋ ਇਹਦੇ ਮਨ ਦੀ ਇਹ ਆਸ ਸੀ ਵੀ ਮੇਰੇ ਪੁੱਤਰ ਨੂੰ ਗੁਰਿਆਈ ਮਿਲੇਗੀ। ਪਰ ਇਹ ਗੱਲ ਜਦੋਂ ਹੋਈ, ਇਹਨੇ ਜਲੀਆਂ ਕੱਟੀਆਂ ਸੁਣਾਈਆਂ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਰਮੋਂ ਨੇ, ਤੇ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਲੋਕ ਨਾ ਗੁਰੂ ਨਾਨਕ ਸਾਹਿਬ ਦੇ ਦਰ ਘਰ ਵੱਲ ਉਂਗਲਾਂ ਉਠਾਉਣ ਲੱਗ ਪਏ। ਜਿੱਥੇ ਜੇ ਗੁਰੂ ਨਾਨਕ ਦੇ ਦਰ ਘਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਹੋਈ ਵੀ ਲੋਕਾਂ ਨੂੰ ਪੁੱਤਰਾਂ ਦੀਆਂ ਦਾਤਾਂ ਵੰਡ ਰਹੇ ਆ, ਲੋਕਾਂ ਤੇ ਬਖਸ਼ਾਂ ਕਰ ਰਹੇ ਆ, ਤੁਹਾਡੇ ਘਰ ਹੀ ਸਕਣਾ ਹੋਇਆ ਤੇ ਲੋਕ ਤੇ ਉਂਗਲਾਂ ਚੱਕਣਗੇ, ਉਹਨਾਂ ਨੂੰ ਤਾਂ ਮੌਕਾ ਮਿਲ ਜਾਂਦਾ ਹੈ। ਤੋ ਉਸ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਹੁਣ ਇੱਥੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਇੱਕ ਬੜੀ ਇੰਪੋਰਟੈਂਟ ਗੱਲ ਆ ਜਿਹੜੀ ਬੜੀ ਸੁਣਾਈ ਜਾਂਦੀ ਹੈ, ਅੱਜ ਸਾਰੇ ਗੁਰਦੁਆਰਿਆਂ 'ਚੋਂ ਸਾਖੀ ਸੁਣਾਈ ਆ ਬਾਬਾ ਬੁੱਢਾ ਜੀ ਦੀ ਸਾਖੀ ਜਿਹੜੀ ਆ ਉਹ ਸੁਣਾਈ ਜਾਂਦੀ ਆ। ਔਰ ਇੱਕ ਗੱਲ ਜਿਹੜੀ ਆ ਪ੍ਰਚਲਿਤ ਕਰ ਦਿੱਤੀ ਗਈ ਆ ਕਿ ਬਾਬਾ ਬੁੱਢਾ ਜੀ ਪੁੱਤਰਾਂ ਦੇ ਦਾਨੀ, ਤੁਹਾਨੂੰ ਪੋਸਟਰਾਂ ਤੇ ਲਿਖਿਆ ਮਿਲੇਗਾ, ਇਹ ਗੱਲਾਂ ਕਹਿੰਦੇ ਮਿਲਣਗੇ। ਪਰ ਬਾਬਾ ਬੁੱਢਾ ਜੀ ਦੀ ਉਪਮਾ ਘੱਟ ਨਹੀਂ ਕੋਈ, ਮਹਿਮਾ ਘੱਟ ਨਹੀਂ ਕੋਈ, ਉਹਨਾਂ ਨੂੰ ਬ੍ਰਹਮ ਗਿਆਨੀ ਵੀ ਆਖਿਆ ਜਾਂਦਾ ਹੈ। ਔਰ ਜੋ ਸੇਵਾ 5 ਗੁਰੂ ਸਾਹਿਬਾਨਾਂ ਤੱਕ ਉਹ ਕਰ ਗਏ, 6 ਗੁਰੂ ਸਾਹਿਬਾਨ ਦੇ ਉਹਨਾਂ ਨੇ ਦਰਸ਼ਨ ਕੀਤੇ ਸਨ। ਵੈਸੇ 8 ਗੁਰੂ ਸਾਹਿਬਾਨਾਂ ਦੇ ਦਰਸ਼ਨ ਬਾਬਾ ਬੁੱਢਾ ਜੀ ਨੇ ਕੀਤੇ, ਇਹ ਲਿਖ ਲਓ 8 ਗੁਰੂ ਸਾਹਿਬਾਨਾਂ ਦੇ, ਕਿਉਂਕਿ ਗੁਰੂ ਸਰੀਰਾਂ ਦੇ ਦਰਸ਼ਨ ਕੀਤੇ ਆ 6 ਗੁਰੂ ਸਾਹਿਬਾਨ ਦੇ ਗੁਰਗੱਦੀ ਤੱਕ, ਤੇ 2 ਗੁਰੂ ਸਾਹਿਬਾਨ ਜਿਹੜੇ ਨੇ ਗੁਰੂ ਹਰਿਰਾਏ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ, ਉਹਨਾਂ ਦੇ ਬਚਪਨ ਦੇ ਦਰਸ਼ਨ ਕੀਤੇ ਨੇ, ਕਿਉਂਕਿ ਗੁਰੂ ਔਲਾਦ ਆ, ਗੁਰੂਆਂ ਦੇ ਬੱਚੇ ਨੇ, ਇਸ ਲਈ ਉਹਨਾਂ ਦੇ ਦੀਦਾਰ ਜਿਹੜੇ ਸੀ ਇਹਨਾਂ ਨੇ ਆਪਣੀਆਂ ਅੱਖਾਂ ਨਾਲ ਕੀਤੇ ਸੀ।
8 ਗੁਰੂ ਸਰੀਰਾਂ ਦੇ ਦਰਸ਼ਨ। तो बाबा बुढ़ा जी बारे ये गल कही जाती है कि वह पुत्रां दे दानी ने, पर ध्यान देना गुरमत कहती है भी सब कुछ देने वाला दाता वाहिगुरू है। हुण फिर इत्थे गल की होएगी, गुरु अर्जन साहब महाराज अरदास की वैल्यू जिहड़ी आ वो सिखां विच दस्सण वास्ते भी कितनी वैल्यू है। अज सिख की मानसिकता जिहड़ी है ना अरदास ते टिकदी है, और अरदास एक अनिखड़वा अंग आ सिख दे जीवन का। हुण गुरु अर्जन साहब महाराज ने माता गंगा जी ने जो बेनती की, कहने लगे फिर जे गुरु नानक साहब के दर घर की गल है ना, तो फिर अरदास भी गुरु नानक के दर घर का कोई सिख ही कर सकता है। हुण साध संगत एक गल ध्यान देना भी गुरु नानक स्वरूप ही ने गुरु अर्जन साहब महाराज, पंजवें पातशाह गुरु नानक की जोत ने, गुरु नानक स्वरूप ने, पंजवें नानक भी आखते ने प्यार नाल। हुण गुरु नानक के चरणों च अरदास करनी है, तो गुरु नानक के चरणों च गुरु नानक ही अरदास किवें कर सकते? आह गल सी भी गुरु नानक साहब के चरणों च अरदास करनी है। और इहदा मैं तुहानूं शब्द भी दसांगा भी गुरु नानक साहब की रहमत होई, गुरु साहब ने शब्द भी वरत्या, गुरु नानक के चरणों च अरदास करनी है, तो गुरु नानक अपने चरणों च आपे अरदास किवें करन? गुरु नानक रूप गुरु अर्जन साहब महाराज। इसलिए माता गंगा जी नूं आख्या और सिखां च अरदास की वैल्यू दर्शाउण वास्ते कहण लगे फिर अरदास करवाओ। और अरदास करवाउण वास्ते माता गंगा जी जिहड़े ने वो बाबा बुढ़ा जी कोल मिस्से प्रसादे सादे प्रसादे लैके गए ने। और जदों बाबा बुढ़ा जी ने जाके गल कही भी अरदास करवाउणी है, हस के बाबा बुढ़ा जी कहण लगे भी मेरे कोल की है, मालक ते वो आप बैठे ने, वो तो निरंकार रूप ने, पर जे गुरु साहब का हुक्म है तो हुक्म तो मनना सिख का काम है। कहण लगे अरदास के जो बोल भावुकता दे नाल कई विद्वानां ने लिखे, वो कहते भी इन बाबा बुढ़ा जी कहण लगे कि यह सतगुरु धन गुरु नानक साहब महाराज पंजवें शरीर दे विच गुरु अर्जन रूप गुरु नानक साहब महाराज तुहाडी अरदास तुहाडे चरनां पास ते सेवक दी लाज रख लेना, अखां मुंद लईआं। अरदास दे बोले सन भी तुहाडी अरदास तुहाडे चरनां पास सेवक दी लाज रखनी। ते फिर एक बचन किया, एक कॉन्फिडेंस सीगा भी माता अरदास कीती आ हुण पुत्र पैदा होवेगा जोधा, तुमरे कर प्रगटे गो जोधा। अरदास की और गंडा भन्निया और ओदे विचों जो गुटली निकली दूर बुड़ के गई, उछल के गई। और वो जो गई कहन लगे इंज जिहड़े ने ना गुरु साहब जालमां दे सिर भन्निया करनगे, ऐसा जोधा होएगा तेरे घर पुत्र। और वाहिगुरू जी की कृपा नाल थोड़े समय बाद धन गुरु हरगोबिंद साहब महाराज जी का निवास माता जी के उधर विच होया। हुण एक गल इत्थे जिहड़ी सानूं समझण वाली है कि गुरु साहब उस वेले अंमृतसर की पावन धरती ते रह रहे हैं, पर यह जानते हैं भी प्रिथी चंद जिहड़ा आ वो अपनियां चालां तो हटण वाला नहीं। करमो जिहड़ी उन्हां दी पत्नी वो भी बड़ियां चालां चलदी सी, होर भी गुरु घर दे बड़े दोखी बन चुके सन। इसलिए समय की लिजाकत नूं समझना कि समा हुण की कहंदा है, नजाकत की है समय, समा किस तरह का है, और ये समय नूं किवें असीं अगे लैके जाना है, अगे बारे प्लैनिंग करनी भी किवें करना चाहिए है। ये प्लैनिंग सानूं गुरु घर सिखाउंदा है भी किवें करनी है तुसीं। और गुरु साहब ने अगों दे जे चेतीए तक आयत मिले सजाए, इहदा मतलब ये हुंदा है भी आउण वाले समय दी तू जो अज कर रहे हैं उहदे बारे देख भी आउण वाले समय च सिੱਟਾ की निकल सकता है, इस तो किवें बचिया जा सकता है, इहदा की हल निकल सकता है, सोल्यूशन की है। तो गुरु साहब ने सियाणे पुरुषां नाल गल कीती भी इत्थे हुण अंमृतसर की धरती ते रहना माता जी का ठीक नहीं, क्योंकि इस समय दे विच दुखी बहुत ने। और गुरु साहब ने उस वेले माता गंगा जी नूं वडाली भेज दिता सी। और गुरु साहब उन्हां समयां दे विच उस वेले इतिहास कहंदे माझे दे इलाके विच प्रचार करन चले गए सी। और माता जी नूं माता गंगा जी नूं वडाली भेज दिता सी, जिन्हों बाद विच गुरु की वडाली आख्या जांदा, अज भी गुरु की वडाली। हुण गुरु की वडाली दे विच जदों माता गंगा जी उत्थे रह रहे ने, उत्थे ही फिर गुरु हरगोबिंद साहब महाराज जी का जन्म हुंदा है 1595 ईस्वी दे विच जून के महीने विच। ज़्यादातर इतिहासकारां 9 जून कुछ 19 जून लिखते हैं।
तो उत्थे जन्म हुंदा है सतगुरु जी का। और जो जन्म की खबर सतगुरु धन गुरु अर्जन साहब महाराज को पहुंचती तो सतगुरु जी ना फिर ना अरदास करते ने गुरु चरणों विच और खुशी के शब्द गाउंदे, शुकराना करते ने वाहिगुरू जी का। और ਉਹਦੇ ਵਿੱਚ एक शब्द सतगुरु धन गुरु अर्जन साहब महाराज जी का, गुज्जी छन्नी नाही बात गुरु नानक तुठा कीनी दात। ये तो स्पष्ट आ भी गुज्जी छुन्नी का मतलब हुंदा लुकी छिपी गल नहीं है, ये कोई लुकी छिपी गल नहीं है। भी गुरु हरगोबिंद साहब महाराज जी की जो दात प्राप्त हुई ना गुरु नानक साहब के घर तो प्राप्त हुई है। गुरु नानक साहब ने त्रुट के गुरु हरगोबिंद साहब महाराज जी की दात बख्शिश की है। और उसे गुरु साहबान नूं धन गुरु अर्जन साहब महाराज कहते ने, गुरु नानक साहब महाराज जी की गल करते ने भावें जोत रूप आप ने, पर बाणी विच उन्हां लिखिया भी मैं मूर्ख की केतक बात है कोट पराधी तरे हो रे गुरु नानक जिन सुनिया पेख्या सिर फिर गरबास ना भरे। सब ते वड्डा सतगुरु नानक जिन कल राखी मेरी। इत्थे गुरु अर्जन साहब महाराज जी के शब्द हुण इत्थे ये शब्द उच्चारण किया। फिर जो पता लगा संगतां नूं, संगतां बड़ियां खुश होईयां भी गुरु घर दे विच पुत्र दा जन्म होया, गुरु हरगोबिंद साहब महाराज जी दा जन्म होया है। तो इत्थे वीर जी ने लगा दिता स्लाइड ते, मैं मूर्ख की केतक बात है कोट पराधी तरिया रे गुरु नानक जिन सुनिया पेख्या से फिर गरबास ना भरिया। जिन्हें गुरु नानक साहब नूं सुनिया है, पेख्या भाव उन्हां नूं परसिया है, देखिया है, देखना हुंदा देखना, सिख फिर गरबास ना भरियो भरिया रे। तो इत्थे हुण ये गल जिहड़ी आ कि ਉਹ ਮਨੁੱਖ ਜਿਹੜੇ ਨੇ ਉਹ ਅਮਰ ਹੋ ਜਾਂਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਦੇਖ ਲੈਂਦੇ ਨੇ। ਦੇਖਣ ਦੇ ਅਰਥ ਕੇਵਲ ਅੱਖਾਂ ਨਾਲ ਦੇਖਣਾ ਨਹੀਂ, ਦੇਖਣ ਦੀ ਹੈ ਨਾ ਕਿ ਤੁਹਾਡੀ ਅੰਦਰ ਦੀ ਦ੍ਰਿਸ਼ਟੀ ਕਿਸ ਤਰ੍ਹਾਂ ਦੇਖਦੀ ਹੈ ਤੁਸੀਂ। ਕਈ ਵਾਰ ਅਸੀਂ ਕਿਸੇ ਬੰਦੇ ਨੂੰ ਦੇਖਦੇ ਆ, ਦੇਖਦੇ ਸਾਡੇ ਮਨ ਦੇ ਵਿੱਚ ਉਤਪਨ ਹੁੰਦਾ ਆ ਕਿ ਬੰਦਾ ਬੜਾ ਸਾਧੂ ਬਿਰਤੀ ਦਾ, ਕਿਉਂਕਿ ਸਾਡਾ ਵਿਚਾਰ ਹੁੰਦਾ ਆ ਭਾਵੇਂ ਉਹ ਸਾਧੂ ਨਾ ਹੋਵੇ ਪਰ ਅਸੀਂ ਆਪਣਾ ਵਿਚਾਰ ਬਣਾ ਲੈਂਦੇ ਹਾਂ। ਤੇ ਕਈ ਵਾਰ ਕੋਈ ਸਾਧੂ ਬਿਰਤੀ ਦਾ ਬੰਦਾ ਹੁੰਦਾ ਆ पर असीं कई बार किसी एक घटना तो उन्होंने चोर बना लेंगे, अपनी दृष्टि में उन्होंने चोर देखते हैं। गुरु नानक साहब नूं रब स्वरूप करके देख, प्रभु स्वरूप करके देख, रब का रूप करके देखना, क्योंकि उन्हां विच कोई फर्क नहीं। हुण सतगुरु जी ने रहमत की, दूजा शब्द भी जिहड़ा आ गया, जो बालक पिता ऊपर करे बहुमान बुलाया बोले गुर के भान गुजी शनी नाही बात गुरु नानक तुठा कीनी दात। गुरु नानक साहब ने बख्शिश करके जी दात है वो दी। वेरी गुड जतिंदर सिंह वीर जी, तुसीं मेहनत करदे हो, धन्नवाद तुहाडा। इस तो बाद गुरु साहबान मैं जी गल कर रहा सी कि जिस वेले खुशियां हुई सारी संगत विच गुरु साहब ने शुकराने के शब्द पढ़े, वाहिगुरू जी का शुकराना किया, पर ध्यान देना सारे खुश हो रहे हैं। जो वर्खा होंदी है ना, पानी हुंदा, शीतलता होंदी, सारे खुश हो जाते, पर पानी नाल जिहड़ी शांति मिलती है, ठंडक मिलती है। पर एक चीज इहो जी आ, जदों उहदे ते पानी पाई उहदे चों अग निकलदी, वो है चूना, जिन्हों असीं कली कहंदे। कली दे विच जदों तुसीं पानी पाओगे ना, तो वो पानी पाउण तो बाद कली दे विच जिहड़ी आ वो गरमैश शुरू हो जाती, अग बन जाती, वो बड़ा गर्म हो जाता, पानी नूं भी गर्म कर। तो ये सारे खुश हो रहे हैं, पर चूने वर्गा प्रिथी चंद सड़ गया, ਉਹਦੇ मन में कोई ठंडक नहीं। और सड़ इसलिए गया क्योंकि मैं तो समझदा सी प्रिथी चंद कहंदा भी गुरु साहब के घर औलाद नहीं होनी, पर गुरु घर ते औलाद हो गई, पुत्र का जन्म हो गया, फिर मेरे पुत्र का हुण की बनेगा। आ लालची बिरती, ये मेरे पुत्र का की बनेगा, मेरे पुत्र को तो गद्दी नहीं मिलनी। फिर इस लालची बिरती ने हत्यारा बना दिया, हत्या करने वाला, और कोशिश की भी क्यों ना गुरु हरगोबिंद साहब महाराज जी नूं जन्म वेले जिवें जन्म होया ही है छोटे जी ने इस वेले खत्म कर दिता जाए, क्योंकि जो वड्डे होणगे तो फिर औखा हो जाएगा। और उस वेले इन्हां ने एक वियोंत बनाई, जिहदे विच इन्हां ने एक दाई जिहड़ी सी उहनूं खरीदिया। खरीदे का मतलब उस दाई नूं लालच दिता
ਉਹਨੂੰ ਕੁਝ ਇਤਿਹਾਸਕਾਰਾਂ ਲਿਖਿਆ 200 ਰੁਪਈਆ ਦਿੱਤਾ, ਕੁਝ ਕਹਿੰਦੇ ਨੇ ਉਹਨੂੰ ਮਾਲਾਮਾਲ ਕਰਨ ਦੀ ਗੱਲ ਕੀਤੀ, ਹੋਰ ਵੀ ਗੱਲਾਂ ਕੀਤੀਆਂ ਲਾਲਚ ਦੇ, ਔਰ ਆਖਿਆ ਵੀ ਤੂੰ ਆਪਣੀ ਛਾਤੀ ਤੇ ਜ਼ਹਿਰ ਲਗਾ ਕੇ ਤੇ ਬੱਚੇ ਨੂੰ ਦੁੱਧ ਪਿਲਾ ਦੇ। ਉਹ ਜਦੋਂ ਬੱਚਾ ਦੁੱਧ ਮੂੰਹ ਵਿੱਚ ਪਾਏਗਾ ਤੇ ਕੀ ਹੋਏਗਾ, ਉਹ ਜਿਹੜਾ ਜ਼ਹਿਰ ਲੱਗਿਆ ਹੋਇਆ ਆ ਬੱਚੇ ਦੇ ਮੂੰਹ ਚਲਾ ਜਾਏਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਬੱਚੇ ਮਰ ਜਾਏਗਾ। ਇੰਨਾ ਸਾਡਾ ਹੱਲ ਹੋ ਜਾਏਗਾ, ਔਰ ਤਾਂ ਕਿਸੇ ਨੂੰ ਜਿਹੜੀ ਉਹ ਪਤਾ ਵੀ ਨਹੀਂ ਲੱਗੇਗਾ, ਸ਼ੱਕ ਵੀ ਨਹੀਂ ਹੋਏਗਾ। ਉਹਨਾਂ ਸਮੇਂ 'ਚ ਦਾਈਆਂ ਜਿਹੜੀਆਂ ਸੀ ਆਮ ਹੀ ਜਾਂਦੀਆਂ ਸਨ, ਬੱਚਿਆਂ ਨੂੰ ਦੇਖਣ ਵਾਸਤੇ ਮਿਲਣ ਵਾਸਤੇ ਦੁੱਧ ਪਿਲਾ ਦਿੰਦੀਆਂ ਸੀ। ਔਰ ਉਸ ਵੇਲੇ ਜਦੋਂ ਇਹ ਦਾਈ ਦਾ ਨਾਂ ਇਤਿਹਾਸ ਨੇ ਲਿਖਿਆ ਦਾਈ ਫਤੋ, ਇਹ ਫਤੋ ਗਈ ਹੈ ਵਡਾਲੀ, ਗੁਰੂ ਕੀ ਵਡਾਲੀ, ਔਰ ਉੱਥੇ ਜਾ ਕੇ ਇਹਨੇ ਬੱਚੇ ਨੂੰ ਪਕੜ ਕੇ, ਭਾਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲਕ ਨੂੰ ਪਕੜ ਕੇ ਔਰ ਚੁੱਕ ਕੇ ਉਹਨਾਂ ਨੂੰ ਬਾਹਰ ਲੈ ਗਈ ਇਕਾਂਤ ਵਿੱਚ ਤੇ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ। ਪਰ ਬਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਬੜ ਯੋਧੇ ਵਪਾਰੋਪਕਾਰੀ ਨੇ, ਉਹਨੂੰ ਕੌਣ ਮਾਰ ਸਕਦਾ ਸੀ? ਇਸ ਲਈ ਉਹਨਾਂ ਨੇ ਦਾਈ ਦੇ ਮੂੰਹ ਨੂੰ ਹੱਥ ਲਗਾ ਕੇ ਜ਼ੋਰ ਨਾਲ ਧੱਕਿਆ ਔਰ ਆਪ ਪਿੱਛੇ ਹੋ ਗਏ। ਔਰ ਜਦੋਂ ਜ਼ਬਰਦਸਤੀ ਕਰਨ ਲੱਗੀ ਤੇ ਸਤਿਗੁਰੂ ਜੀ ਉੱਚੀ ਉੱਚੀ ਰੋਣ ਲੱਗੇ ਬਾਲਕ ਅਵਸਥਾ ਦੇ ਵਿੱਚ। ਤੋ ਮਾਤਾ ਗੰਗਾ ਜੀ ਦੌੜ ਕੇ ਬਾਹਰ ਆ ਗਏ, ਸਿੱਖ ਆ ਗਏ, ਪਕੜ ਲਿਆ, ਕਹਿਣ ਲੱਗੇ ਵੀ ਜੇ ਨਹੀਂ ਬੱਚਾ ਦੁੱਧ ਪੀਂਦਾ ਤੇ ਜ਼ਬਰਦਸਤੀ ਕਿਉਂ ਕਰ ਰਹੇ? ਪਰ ਹੋਇਆ ਕਿ ਉਸ ਜ਼ਹਿਰ ਦਾ ਅਸਰ ਸਕਿਨ ਰਾਹੀਂ ਇਸ ਦਾਈ ਤੇ ਐਸਾ ਹੋਇਆ, ਕਿਉਂਕਿ ਜ਼ਹਿਰ ਬੜਾ ਖਤਰਨਾਕ ਸੀ, ਔਰ ਇਹਦੇ ਮੂੰਹ ਚੋਂ ਝੱਗ ਆਉਣੀ ਸ਼ੁਰੂ ਹੋ ਗਈ, ਤੜਫਣ ਲੱਗੀ, ਔਰ ਤੜਫ ਤੜਫ ਕੇ ਉਸ ਜ਼ਹਿਰ ਦੇ ਅਸਰ ਕਾਰਨ ਇਹ ਮਰ ਗਈ। ਔਰ ਮਰਦੀ ਕਹਿ ਗਈ, ਦੱਸ ਗਈ ਵੀ ਇਹ ਪ੍ਰਿਥੀ ਚੰਦ ਨੇ ਕੀਤਾ। ਹੁਣ ਇੱਥੇ ਇੱਕ ਗੱਲ ਬੜੀ ਜਿਹੜੀ ਸਮਝਣ ਵਾਲੀ ਗੁਰੂ ਸਾਹਿਬ ਦੇ ਇਤਿਹਾਸ ਵਿੱਚੋਂ, ਜਦੋਂ ਗੁਰੂ ਸਾਹਿਬ ਨੂੰ ਖਬਰ ਮਿਲੀ ਵੀ ਪ੍ਰਿਥੀ ਚੰਦ ਨੇ ਦਾਈ ਭੇਜੀ ਸੀ ਬੱਚੇ ਨੂੰ ਮਾਰਨ ਵਾਸਤੇ, ਮੇਰੇ ਪੁੱਤਰ ਨੂੰ ਮਾਰਨ ਵਾਸਤੇ, ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ, ਤਾਂ ਉਸ ਵੇਲੇ ਗੁਰੂ ਸਾਹਿਬ ਦਾ ਰਿਐਕਸ਼ਨ ਕੀ ਹੋਣਾ ਚਾਹੀਦਾ ਸੀਗਾ? ਸਾਡੇ ਵਰਗੇ ਹੁੰਦੇ ਤੇ ਡੰਗ ਚੁੱਕਦੇ ਤੇ ਭੱਜਦੇ, ਤੂੰ ਕੀ ਕਰਦਾ? ਗੁਰੂ ਸਾਹਿਬ ਨੇ ਕੋਈ ਗਿਲਾ ਵੀ ਨਹੀਂ ਕੀਤਾ, ਸਗੋਂ ਕੀਤਾ ਪਤਾ ਕੀ, ਸਗੋਂ ਨਾ ਵਾਹਿਗੁਰੂ ਦੀ ਰੱਖਿਆ ਦੇ ਸ਼ੁਕਰਾਨੇ ਦੇ ਸ਼ਬਦ ਪੜ੍ਹੇ ਕਿ ਵਾਹਿਗੁਰੂ ਤੋਂ ਕਿਰਪਾ ਕੀਤੀ ਹੈ, ਬਾਲਕ ਨੂੰ ਰੱਖ ਲਿਓ। ਆਹ ਗੱਲ ਸਾਡੀ ਸਮਝਣ ਵਾਲੀ ਗੁਰੂ ਇਤਿਹਾਸ ਦੇ ਵਿੱਚ, ਵੀ ਵਿਰੋਧ ਨਹੀਂ, ਵੈਰ ਨਹੀਂ ਰੱਖਿਆ ਮਨ ਦੇ ਵਿੱਚ, ਭਾਵੇਂ ਵੈਰੀ ਹੈ, ਇਹ ਨਿਮਰਤਾ ਹੈ। ਦੇਖੋ ਇੱਕ ਦਿਨ ਕਿਸੇ ਬੱਚੀ ਨੇ ਪੁੱਛਿਆ ਸੀ ਸਬਰ ਦੀ ਹੱਦ, ਆਹ ਗੁਰੂ ਅਰਜਨ ਸਾਹਿਬ ਦੀ ਸਬਰ ਦੀ ਹੱਦ ਦੇਖੋ, ਕੋਈ ਹੈ? ਸਬਰ ਦੀ ਕੋਈ ਹੱਦ ਹੀ ਨਹੀਂ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਜਦੋਂ ਤੁਸੀਂ ਦੇਖੋ। ਉਸ ਤੋਂ ਬਾਅਦ ਜਦੋਂ ਇਹ ਚਾਲ ਇਹਦੀ ਨਹੀਂ ਕਾਮਯਾਬ ਹੋਈ ਪ੍ਰਿਥੀ ਚੰਦ ਦੀ, ਤੇ ਪ੍ਰਿਥੀ ਚੰਦ ਨੇ ਅਗਲਾ ਹਥਿਆਰ ਕੀ ਵਰਤਿਆ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਤਮ ਕਰਨ ਦੇ ਲਈ ਇਹਨੇ ਇੱਕ ਸਪੇਰੇ ਨਾਲ ਗੱਲਬਾਤ ਕੀਤੀ, ਉਹਨੂੰ ਲਾਲਚ ਦਿੱਤਾ ਵੀ ਸੱਪ ਛੱਡ ਦਿਓ ਤੇ ਬੱਚੇ ਦੇ ਲੜ ਜਾਏਗਾ ਤੇ ਮਰ ਜਾਏਗਾ, ਪਰ ਉਹ ਵੀ ਕਾਮਯਾਬ ਨਹੀਂ ਹੋਇਆ। ਇਤਿਹਾਸ ਵਿੱਚ ਲਿਖਿਆ ਵੀ ਗੁਰੂ ਸਾਹਿਬ ਨੇ ਆਪਣੇ ਹੱਥ ਵਿੱਚ ਸੱਪ ਦੀ ਸਰੀ ਨੂੰ ਪਕੜ ਲਿਆ ਔਰ ਪਕੜ ਕੇ ਨਾ ਉਹਨੂੰ ਦੱਬੀ ਰੱਖੇ। ਔਰ ਤੁਸੀਂ ਕਦੇ ਦੇਖਣਾ ਬੱਚੇ ਦੀ, ਛੋਟੇ ਬੱਚੇ ਦੀ ਜਦੋਂ ਮੁੱਠੀ ਬੰਦ ਕਰਦਾ, ਪਕੜ ਬੜੀ ਮਜ਼ਬੂਤ ਹੁੰਦੀ, ਖਾਸ ਤੌਰ ਤੇ ਮੁੱਠੀ ਵਿੱਚ। ਉਹਨੂੰ ਜਦੋਂ ਸਾਇੰਟੀਫਿਕਲੀ ਅਸੀਂ ਲਵਾਂਗੇ ਤੇ ਇਹਦੀਆਂ ਮੁੱਠੀਆਂ ਬੰਦ ਹੁੰਦੀਆਂ ਨੇ ਮਾਂ ਦੇ ਗਰਭ ਦੇ ਵਿੱਚ ਬੱਚੇ ਦੀ, ਔਰ ਉਹ ਬੜੀ ਸਟਰੈਂਥ ਹੁੰਦੀ ਹੈ। ਖੈਰ ਜਦੋਂ ਉਹਨੂੰ ਜ਼ੋਰ ਨਾਲ ਪਕੜਿਆ ਤੇ ਉਹ ਸੱਪ ਜਿਹੜਾ ਸੀ, ਸੱਪ ਮਰਦਾ ਕਿਉਂ? ਆਪਣੇ ਜ਼ਹਿਰ ਕਾਰਨ ਹੀ ਮਰ ਜਾਂਦਾ, ਕਿਉਂਕਿ ਉਹਦੇ ਮੂੰਹ ਦੇ ਵਿੱਚ ਜਿਹੜੀ ਜ਼ਹਿਰ ਦੀ ਥੈਲੀ ਹੁੰਦੀ ਆ ਉਹ ਟੁੱਟ ਗਈ, ਉਹਦੇ ਨਾਲ ਉਹਦੇ ਆਪਣੇ ਸਰੀਰ ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਤੇ ਮਰ ਜਾਂਦਾ। ਤੇ ਜਦੋਂ ਜ਼ੋਰ ਦੀ ਘੁੱਟਿਆ ਤੇ ਉਹਦੇ ਜ਼ਹਿਰ ਦੇ ਅਸਰ ਨਾਲ ਉਹ ਸੱਪ ਜਿਹੜਾ ਆਪਣੇ ਆਪ ਹੀ ਮਰ ਗਿਆ। ਔਰ ਇਹਦੇ ਨੂੰ ਸੇਵਕ ਆਏ, ਉਹਨਾਂ ਨੇ ਪਕੜ ਲਿਆ। ਕੁਝ ਇਤਿਹਾਸਕਾਰਾਂ ਨੇ ਵੀ ਲਿਖਿਆ ਵੀ ਸੇਵਕ ਆਏ ਤੇ ਸੱਪ ਨੂੰ ਮਾਰ ਦਿੱਤਾ, ਉਹਨਾਂ ਨੂੰ ਪਕੜ। ਕਿਸ ਤਰ੍ਹਾਂ ਵੀ ਆ, ਦੋ ਤਰ੍ਹਾਂ ਦੀਆਂ ਸਕੀਆਂ। ਤਾਂ ਉੱਥੇ ਵੀ ਪ੍ਰਿਥੀ ਚੰਦ ਕਾਮਯਾਬ ਨਹੀਂ ਹੋਏ। ਪ੍ਰਿਥੀ ਚੰਦ ਕਹਿਣ ਲੱਗਾ ਵੀ, ਔਰ ਇਹ ਸਪੇਰਾ ਜਿਹੜਾ ਸੀ, ਇੱਕ ਥਾਂ ਨੇ ਤੇ ਲਿਖਿਆ ਵੀ ਸਪੇਰੇ ਨੂੰ ਹੀ ਸੱਪ ਦੱਸ ਗਿਆ ਤੇ ਸਪੇਰਾ ਵੀ ਦੱਸ ਗਿਆ ਵੀ ਪ੍ਰਿਥੀ ਚੰਦ ਨੇ ਇਹ ਕੰਮ ਕੀਤਾ ਹੈ। ਫਿਰ ਜਦੋਂ ਇੱਥੋਂ ਵੀ ਨਾ, ਤੇ ਫਿਰ ਇਹ ਜਦੋਂ ਗੁਰੂ ਸਾਹਿਬ ਉਸ ਟਾਈਮ ਅੰਮ੍ਰਿਤਸਰ ਆ ਗਏ ਸਨ, ਮਾਤਾ ਜੀ ਵੀ ਆ ਗਏ ਸਨ, ਕਿਉਂਕਿ ਗੁਰੂ ਸਾਹਿਬ ਉਹਨਾਂ ਸਮਿਆਂ 'ਚ ਸੇਵਾ ਕਰ ਰਹੇ ਸਨ। ਕਾਲ ਪੈ ਗਿਆ ਸੀਗਾ, ਛੇਹਰਟਾ ਖੂਹ ਸਤਿਗੁਰੂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਖੁਸ਼ੀ ਚਲਵਾਇਆ ਸੀ ਉਹਨਾਂ ਸਮਿਆਂ ਦੇ ਵਿੱਚ, ਔਰ ਪਾਣੀ ਦੀ ਕਮੀ ਸੀਗੀ, ਔਰ ਲੋਕ ਮਰ ਰਹੇ ਸਨ, ਰੋਗ ਜਿਹੜੇ ਸ਼ੁਰੂ ਹੋ ਗਏ ਸਨ। ਤਾਂ ਉਹ ਉਸ ਵੇਲੇ ਗੁਰੂ ਸਾਹਿਬ ਵਾਪਸ ਜਦੋਂ ਆਏ ਤੇ ਫਿਰ ਇੱਥੇ ਗੁਰੂ ਸਾਹਿਬ ਨੇ ਦੇ ਕੋਲ ਨਾ ਇੱਕ ਬ੍ਰਾਹਮਣ ਨੂੰ ਭੇਜਿਆ
ਉਹਨੂੰ ਖਿਡਾਵਾ ਬਣਾ ਕੇ ਵੀ ਗੁਰੂ ਸਾਹਿਬ ਦੇ ਪੁੱਤਰ ਨੂੰ ਤੁਸੀਂ ਸੰਭਾਲਣਾ ਆ। ਉਹ ਖਿਡਾਵਾ ਹੁੰਦਾ ਸੀ ਵੀ ਖਾਣ ਪੀਣ ਦਾ ਧਿਆਨ ਰੱਖਦਾ ਸੀ, ਖਿਡਾਉਂਦਾ ਸੀ ਔਰ ਬੱਚੇ ਨੂੰ ਨਾਲ ਲਡਾਉਂਦਾ ਸੀ, ਤੁਰੇ ਫਿਰਦਾ ਰਹਿੰਦਾ ਹੁੰਦਾ ਸੀ। ਤੋ ਗੁਰੂ ਸਾਹਿਬਾਨ ਨੇ ਉਹਨੂੰ ਦਹੀਂ ਖਵਾਉਣ ਵਾਸਤੇ ਕਿਹਾ ਸੀ ਬੱਚੇ ਨੂੰ, ਔਰ ਉਹਨੇ ਕੀ ਕੀਤਾ, ਪ੍ਰਿਥੀ ਚੰਦ ਨੇ ਆਪ ਹੀ ਜ਼ਹਿਰ ਦਿੱਤਾ ਸੀ ਉਹਨੂੰ ਵੀ ਆਹ ਜ਼ਹਿਰ ਦਹੀਂ ਵਿੱਚ ਮਿਲਾ ਕੇ ਗੁਰੂ ਸਾਹਿਬ ਨੂੰ ਪਾ ਦੇਈਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਖਤਮ ਹੋ ਗਿਆ। ਪਰ ਗੁਰੂ ਸਾਹਿਬ ਨੇ ਉੱਥੇ ਦਹੀਂ ਨਹੀਂ ਖਾਧਾ। ਗੁਰਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ ਲਿਖਦਾ ਹੈ ਵੀ ਗੁਰੂ ਸਾਹਿਬ ਨੇ ਜਦੋਂ ਦੇਖਿਆ ਵੀ ਸਤਿਗੁਰੂ ਰੋ ਰਹੇ ਨੇ, ਕਹਿਣ ਲੱਗੇ ਉਸ ਬ੍ਰਾਹਮਣ ਨੂੰ, ਕਹਿਣ ਲੱਗੇ ਵੀ ਕੀ ਗੱਲ ਹੋਈ ਹੈ, ਕਿਉਂ ਰਵਾ ਰਹੇ ਹੋ? ਕਹਿਣ ਲੱਗਾ ਜੀ ਦਹੀਂ ਨਹੀਂ ਖਾ ਰਹੇ, ਕਿਉਂਕਿ ਇਹ ਜ਼ਬਰਦਸਤੀ ਖਵਾਉਣ ਦੀ ਕੋਸ਼ਿਸ਼ ਕਰਦਾ ਹੈ। ਸਤਿਗੁਰੂ ਕਹਿੰਦਾ ਲਿਆਓ ਮੇਰੇ ਕੋਲ ਲਿਆਓ, ਔਰ ਸਤਿਗੁਰੂ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥੀ ਕਰਤਾ, ਕਹਿਣ ਲੱਗੇ ਸਤਿਗੁਰੂ ਜੀ ਨੇ ਆਪਣੀ ਗੋਦ ਵਿੱਚ ਬਿਠਾਇਆ, ਗੋਦ ਵਿੱਚ ਬਿਠਾ ਕੇ ਉਹ ਕਟੋਰੀ ਪਕੜੀ, ਚਮਚ ਨਾਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਲਕ ਰੂਪ ਨੇ ਸਤਿਗੁਰੂ, ਉਹਨਾਂ ਦੇ ਮੂੰਹ ਵਿੱਚ ਜਦੋਂ ਚਮਚ ਨਾਲ ਦਹੀਂ ਪਾਉਣ ਲੱਗੇ ਗੁਰੂ ਸਾਹਿਬ ਆਪਣੇ ਹੱਥ ਨਾਲ, ਤਾਂ ਉਹਨਾਂ ਨੇ ਮੂੰਹ ਥੋੜਾ ਪਿੱਛੇ ਘੁਮਾ ਲਿਆ। ਔਰ ਸਤਿਗੁਰੂ ਜੀ ਇਸ ਗੱਲ ਨੂੰ ਸਮਝ ਕੇ ਵੀ ਕੋਈ ਕਾਰਨ ਹੈ, ਸਤਿਗੁਰੂ ਜੀ ਨੇ ਕਹਿੰਦੇ ਉਹ ਜ਼ਹਿਰ ਉਸ ਵੇਲੇ ਸਤਿਗੁਰੂ ਜੀ ਦੇ ਕੋਲੇ ਕੁੱਤਾ ਬੈਠਾ ਸੀ, ਉਹਨੂੰ ਪਾ ਦਿੱਤਾ। ਔਰ ਉਹ ਕੁੱਤਾ ਉਸ ਵਕਤ ਜਦੋਂ ਜ਼ਹਿਰ ਉਹਨੇ ਵਾਲੀ ਦਹੀਂ ਖਾਧੀ ਤੇ ਮਾਨੋ ਕਹਿਣ ਲੱਗੇ ਉਹ ਤੜਫ ਤੜਫ ਕੇ ਉੱਥੇ ਮਰਨ ਲੱਗਾ, ਤੇ ਕੁੱਤਾ ਤੇ ਮਰ ਗਿਆ, ਪਰ ਜਿਹੜਾ ਬ੍ਰਾਹਮਣ ਕੋਲ ਖੜਾ ਸੀ ਇਹਨਾਂ ਡਰ ਗਿਆ, ਇਹਨੂੰ ਡਰ ਕੇ ਤੇਲੀਆਂ ਆਈਆਂ, ਔਰ ਇਸ ਢੰਗ ਦੇ ਨਾਲ ਡਰਿਆ ਕਿ ਇਹਦੇ ਪੇਟ ਵਿੱਚ ਸੂਲ ਉੱਠਿਆ, ਸੂਲ ਉੱਠਣ ਨਾਲ ਦਰਦ ਉੱਠਿਆ, ਐਸਾ ਦਰਦ ਉੱਠਿਆ ਕਿ ਉਸ ਦਰਦ ਦੇ ਕਾਰਨ ਹੀ ਇਹਦੀ ਮੌਤ ਹੋ ਗਈ, ਤੜਫ ਤੜਫ ਕੇ ਮਰ ਗਿਆ। ਔਰ ਸਤਿਗੁਰੂ ਜੀ ਨੇ ਫਿਰ ਉੱਤੇ ਫਿਰ ਨਹੀਂ ਗਿਲਾ ਕੀਤਾ, ਜਾਂਦਾ ਜਾਂਦਾ ਫਿਰ ਦੱਸ ਗਿਆ ਵੀ ਪ੍ਰਿਥੀ ਚੰਦ ਨੇ ਕੀਤਾ ਆ, ਪਰ ਸਤਿਗੁਰੂ ਜੀ ਨੇ ਉੱਤੇ ਭੈਰੋ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਉਹ ਇਤਿਹਾਸਕ ਪੱਖ ਨੂੰ ਦਰਸਾਉਂਦਾ ਆ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ। ਇਹ ਜਿਹੜੀ ਗੱਲ ਸੀ, ਲੇਪ ਨਾ ਲਾਗੋ ਤਿਲਕਾ ਮੂਲ, ਆ ਦੇਖੋ ਸ਼ਬਦ ਆ ਗਿਆ ਜੀ ਸਕਰੀਨ ਤੇ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ, ਇਹ ਇਤਿਹਾਸਕ ਪੱਖ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੋਂ ਵਿਲਪ ਰਿਹਾ। ਔਰ ਹਰ ਜਨ ਰਾਖੇ ਪਾਰ ਬ੍ਰਹਮ ਆਪ, ਹਰੀ ਦੇ ਸੇਵਕਾਂ ਦੀ ਰੱਖਿਆ ਪ੍ਰਮਾਤਮਾ ਆਪ ਕਰਦਾ ਹੈ। ਇੱਕ ਥਾਂ ਤੇ ਹੋਰ ਵੀ ਪੜ੍ਹਦੇ ਨੇ, ਹਰ ਜਨ ਰਾਖੇ ਗੁਰ ਗੋਬਿੰਦ, ਤੋ ਇੱਥੇ ਹਰ ਜਨ ਰਾਖੇ ਪਾਰ ਬ੍ਰਹਮ ਆਪ, ਤੋ ਕਹਿਣ ਲੱਗੇ ਕਿ ਪਾਪੀ ਮੂਆ ਗੁਰ ਪ੍ਰਤਾਪ, ਇਹ ਪਾਪੀ ਬ੍ਰਾਹਮਣ ਗੁਰੂ ਦੀ ਕਿਰਪਾ ਦੇ ਨਾਲ ਆਪ ਹੀ ਮਰ ਗਿਆ, ਪਰ ਗੁਰੂ ਸਾਹਿਬ ਦਾ ਕੁਝ ਨਹੀਂ ਕਰ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜਿਹੜਾ ਹੈ, ਉਹਨਾਂ ਨੇ ਸੂਰਤ ਰਾਗ ਦੇ ਵਿੱਚ ਵੀ ਇੱਕ ਸ਼ਬਦ ਹੈ ਉਹਨਾਂ ਦਾ ਕਿ ਸਦਾ ਸਦਾ ਹਰ ਜਾਪੇ ਬਾਲਕ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ, ਇਹ ਸ਼ਬਦ ਵੀ ਗੁਰੂ ਸਾਹਿਬ ਨੇ ਇਤਿਹਾਸਕ ਪੱਖ ਦਾ। ਹੁਣ ਇਹ ਸੀਤਲਾ ਕੀ ਸੀ ਜਿਹੜਾ ਸਤਿਗੁਰੂ ਜੀ ਨੇ, ਹੁਣ ਗੁਰੂ ਸਾਹਿਬ ਉਸ ਸਮੇਂ ਦੇ ਵਿੱਚ ਸੇਵਾ ਕਰ ਰਹੇ ਸਨ, ਔਰ ਚੇਚਕ ਦਾ ਰੋਗ ਉਦੋਂ ਫੈਲਿਆ ਹੋਇਆ ਸੀ, ਔਰ ਉਹਨਾਂ ਦੀ ਵੀ ਬੜੀ ਦਵਾਈਆਂ ਦੀ ਸੇਵਾ ਸਤਿਗੁਰੂ ਜੀ ਨੇ ਕੀਤੀ ਸੀ। ਔਰ ਇਹਦਾ ਇਫੈਕਟ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਹੋ ਗਿਆ ਬਚਪਨ ਵਿੱਚ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦੋਂ ਚੇਚਕ ਦਾ ਰੋਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹੋਇਆ ਬਚਪਨ ਵਿੱਚ, ਛੋਟੀ ਜਿਹੀ ਉਮਰ ਵਿੱਚ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਲੋਕਾਂ ਆਖਿਆ ਵੀ ਇਹ ਸੀਤਲਾ ਮਾਤਾ ਹੈ, ਇਹ ਸੀਤਲਾ ਦਾ ਰੋਗ ਹੈ, ਸੀਤਲਾ ਮਾਤਾ ਹੁੰਦੀ ਹੈ। ਅੱਜ ਵੀ ਕਈ ਵਾਰ ਨਾ ਪਿੰਡਾਂ ਵਿੱਚ ਲੋਕ ਕਹਿੰਦੇ ਵੀ ਫਿੰਸੀਆਂ ਜਿਹੀਆਂ ਹੋ ਜਾਂਦੀਆਂ ਨੇ, ਜਿਹਨੂੰ ਟਾਈਫਾਇਡ ਕਹਿੰਦੇ ਅਸੀਂ, ਤੇ ਉਹ ਕਹਿੰਦੇ ਜੀ ਇਹ ਮਾਤਾ ਨਿਕਲੇ। ਔਰ ਉਹਦੇ ਵਿੱਚ ਹਿੰਦੂ ਵੀਰ ਕੀ ਕਰਦੇ ਨੇ, ਉਹਨਾਂ ਦੀ ਆਪਣੀ ਆਸਥਾ ਆ, ਉਹ ਕੀ ਕਰਦੇ ਨੇ, ਉਹ ਜਾ ਕੇ ਮੰਦਿਰ ਦੇ ਵਿੱਚ ਕੱਚੀ ਲੱਸੀ ਪਾਉਂਦੇ ਨੇ, ਦੇਵੀ ਦੀ ਆਰਾਧਨਾ ਕਰਦੇ ਨੇ, ਇਸ ਤਰ੍ਹਾਂ ਦੇ ਕੰਮ ਕਰਦੇ ਨੇ। ਔਰ ਸਤਿਗੁਰੂ ਜੀ ਨੇ ਲੋਕਾਂ ਨੇ ਆਖਿਆ, ਕਹਿਣ ਲੱਗੇ ਵੀ ਤੁਸੀਂ ਇਸ ਬੱਚੇ ਨੂੰ, ਇਸ ਬਾਲਕ ਨੂੰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੰਦਿਰ ਵਿੱਚ ਲੈ ਜਾਓ, ਪੂਜਾ ਕਰੋ ਸੀਤਲਾ ਦੀ, ਤਾਂ ਕਿ ਇਹ ਠੀਕ ਹੋ, ਨਹੀਂ ਤਾਂ ਠੀਕ ਨਹੀਂ ਹੋਣਗੇ। ਔਰ ਸੀਤਲਾ ਦੇ ਰੋਗ ਦਾ ਇੱਕ ਲੱਛਣ ਇਹ ਸੀਗਾ ਵੀ ਜਦੋਂ ਇਹ ਸੀਤਲਾ ਦਾ ਰੋਗ ਹੁੰਦਾ ਸੀ ਤੇ ਕੋਈ ਨਾ ਕੋਈ ਜੇ ਬੰਦਾ ਠੀਕ ਹੋਏ ਤਾਂ ਅਫੈਕਟ ਛੱਡ ਜਾਂਦਾ ਸੀ ਆਪਣਾ, ਜਾਂ ਉਹਦੀ ਅੱਖ ਚਲੀ ਜਾਂਦੀ ਸੀ ਪੁਰਾਣੇ ਸਮਿਆਂ ਦੇ ਵਿੱਚ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਚਲੀ ਗਈ ਸੀ ਸੀਤਲਾ ਦੇ ਕਾਰਨ, ਮਹਾਰਾਜਾ ਰਣਜੀਤ ਸਿੰਘ ਦੀ ਅੱਖ ਸੀਤਲਾ ਕਰਕੇ ਗਈ ਸੀ, ਸੀਤਲਾ ਦਾ ਰੋਗ ਹੋਇਆ ਸੀ, ਇਹੀ ਭਾਵ ਇਹਦੀ ਗੱਲ ਕਰਦੇ ਸੀ। ਹੁਣ ਇੱਥੇ ਗੁਰੂ ਸਾਹਿਬ ਕਹਿਣ ਲੱਗੇ ਨਹੀਂ, ਇੱਕ ਪਰਮਾਤਮਾ ਸਾਰੇ ਰੋਗ ਠੀਕ ਕਰਨ ਵਾਲਾ ਹੈ, ਉਹ ਨਾਮ ਹੀ ਦਾਰੂ ਹੈ ਸਾਡੇ ਕੋਲ, ਸਰਬ ਰੋਗ ਕਾ ਔਖਦ ਨਾਮ। ਸਿੱਖ ਨੂੰ ਇੱਥੇ ਅਕੀਦਾ ਬਣਾ ਕੇ ਰੱਖਣਾ ਚਾਹੀਦਾ। ਗੁਰੂ ਸਾਹਿਬ ਕੀ ਕਰ ਰਹੇ ਨੇ, ਹੁਣ ਦੇਖੋ ਗੁਰੂ ਸਾਹਿਬ ਨਹੀਂ ਗਏ, ਗੁਰੂ ਸਾਹਿਬ ਕਹਿੰਦੇ ਬਿਲਕੁਲ ਨਹੀਂ, ਇੱਕ ਰੋਗ ਹੈ, ਬਿਮਾਰੀ ਹੈ, ਇਹਦਾ ਇਲਾਜ ਕਰਾਂਗੇ, ਗੁਰੂ ਅੱਗੇ ਅਰਦਾਸ ਕਰਾਂਗੇ, ਠੀਕ ਹੋ ਜਾਏਗਾ। ਔਰ ਸਤਿਗੁਰੂ ਜੀ ਨੇ ਉੱਥੇ ਸ਼ਬਦ ਪੜਿਆ
फिर सोरठ महला पंजवां, सदा सदा हर जापे, असी हरि नूं ही जपना है ते सदा हरि नूं जपना चाहिदा आ। प्रभ बालक राखे आपे, प्रभु ने आप ही बालक की रक्षा की है। शीतला ठाक रहाई, शीतला तो आप, ठाक का मतलब उनका रोकना, बचाउना, आप ही बचाया शीतला दे रोग तो। किने? वाहिगुरु जी। बिगन गए हर नाई, नाई कहना, नाई इत्थे दा मतलब नाम, नाई नहीं कहना इत्थे, नाई तो इत्थे नाई भी नहीं बना देना साध संगत, तो एक नौन बन जाएगा। इत्थे बाणी पढ़न लगे ध्यान रखना है, नाई ना दे नाल। तो इत्थे जे नाही कह दिता, यही शब्द गुरबाणी दे विच आउंदा है। जदों जपजी साहब पढ़दे हो उत्थे साचा साहब साच नाए, है ना, उत्थे ना दी गल है। जां उत्थे एक गल है तीरथ नावा, उत्थे नावां दे गल है। इत्थे हुण नाई दा मतलब नाम नाल। बिगन गए हर नाई, मेरा प्रभ हुआ सदा दयाला, अरदास सुनी भगत अपने की, शुभ जी सब जी भया कृपाला। हुण इत्थे कहन लगे कि अरदास सुनी भगत अपने की, सब जी भया कृपाला, वो आप ही कृपालू सारे जियां ते दया करने वाला आ। तो वाहिगुरू जी ने इन्हां नूं ठीक कीता है। अगे शब्द एक होर सतगुरु जी ने गौड़ी राग दे विच देखो, एक गुरु पातशाह जिन्हां दे जन्म नाल संबंधित, जिन्हां दे इतिहास नाल संबंधित गुरु हरगोबिंद साहब महाराज जी ने बेअंत शब्द जिहड़े ने गुरबाणी विच सतगुरु जी ने दर्ज कीते। उत्थे है गौड़ी महला पंजवां, नेत्र प्रगास किया गुर देव, भरम गए पूरन पई सेव रहाओ, शीतला ते राख्या बिहारी। इत्थे भी शीतला ते ये दो शब्द ने। तो पार ब्रह्म प्रभ कृपा धारी, नानक नाम जपे सो जीवै, साध संग हर अमृत पीवे। स्क्रीन ते आ रहा जी। गुरु साहब ने देखो इत्थे हुण सानू किसे अन्न मत दे विच उहदी पूजा करन दी लोड़ नहीं, भी कोई रोग आ गया तो आह काम कर ली। नहीं तो ध्यान देना, मैं देखता हुन्ना कई बार कि अमृतधारी सिख जिहड़े ने वो भी कई बार किसी रोग के कारण डेरियां ते भज्जे फिरदे ने, जां नहरां ते दीवे जगाउंदे फिरदे। मैं कई बार देखे ने भी नहर ते दीवा जगाउण चलदे ने, जां कोई होर। ये सारे कर्म कांड जिहड़े ने ये सिख दा काम नहीं करना। सिख ने तो केवल एक परमात्मा की अरदास करनी कि अरदास ही है मेरी वाहिगुरू जी तेरे अगे, मैं तेरे अगे अरदास ही कर सकदा। मैं तान दीवान तू है मेरा स्वामी, मैं तुझ आगे अरदास, मैं होर थाऊं नाही जिस पे करूं बेनंती, मेरा दुख सुख तुझ ही पास। तो बड़ी वड्डी गल है कि गुरु अर्जन साहब महाराज अरदास करते ने और शुकराना करते ने गुरु हरगोबिंद साहब महाराज जी ने इस गुरु के उत्ते। तो अगे जिहड़ा है गुरु साहब ने ये गुरु हरगोबिंद साहब महाराज जी का जो जन्म हुंदा आ, ते इहदे विच जिहड़ियां दो तीन गल्लां सानूं जिहड़ियां देखण वालियां ने। गुरु हरगोबिंद साहब महाराज जी जदों गुरु अर्जन साहब महाराज, गुरु हरगोबिंद साहब वड्डे होए ने, गुरु अर्जन साहब महाराज क्योंकि दोखी जिहड़े सी वो लगातार साजिशां रचदे रहे ने। एक चंदू जिहड़ा आ ਉਹਦੀ ਧੀ ਸੀ, ਉਹਦਾ ਰਿਸ਼ਤਾ ਲੈ ਕੇ ਇੱਕ ਬ੍ਰਾਹਮਣ ਆਇਆ ਗੁਰੂ ਘਰ ਦੇ ਵਿੱਚ, ਤੇ ਉਹਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇਖਿਆ ਤੇ ਉਹਨਾਂ ਦਾ ਸਰੀਰਕ ਸਵਰੂਪ ਇਤਨਾ ਸੁੰਦਰ ਸੀ ਵੀ ਦੇਖ ਕੇ ਬੰਦਾ ਦੇਖਦਾ ਹੀ ਰਹਿ ਜਾਂਦਾ ਸੀ। ਉੱਚਾ ਲੰਮਾ ਕੱਦ ਸੀ ਸਤਿਗੁਰੂ ਜੀ ਦਾ ਔਰ ਚੰਗੀ ਸਿਹਤ ਸੀ। ਔਰ ਜਦੋਂ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਿਆ ਔਰ ਗੁਰੂ ਅਰਜਨ ਸਾਹਿਬ ਦੀ ਸ਼ਾਨੋ ਸ਼ੌਕਤ ਦੇਖੀ, दरबार साहब आके लोगों को देखिया भी किसी राजे नालों महाराजे नालों घटदार नहीं है। ठीक है चंदू जिहड़ा आ वो होएगा दीवान, पर इस घर की महिमा भी बहुत है। उन्हें अपनी सोच मुताबिक ये रिश्ता जोड़ दिता। और चंदू को जो गया कह लगा जी बहुत वड्डे थां ते रिश्ता करके आया है। तो चंदू कह लगा बामणा कित्थे रिश्ता करके आया है, जिवें चंदू दे अपना सुभाव बोलन दा, क्योंकि हंकारी सी ना। तो कहने लगे जी मैं रिश्ता कर आया गुरु नानक साहब के दर घर दे विच, बड़ा वड्डा दर है। गुरु अर्जन साहब महाराज उस वक्त गुरु नानक साहब की गद्दी ते सुभाएमान ने और उन्हां गद्दी ते सुभाएमान भी ने और उन्हां दा पुत्र जिहड़ा बड़ा सुंदर है उन्हां नाल मैं कर आया। तो चंदू ने उस वक्त आख्या, कहने लगे तुसी गुरु हरगोबिंद साहब महाराज जी नाल रिश्ता कर आए हो पर तुसी देखिया नहीं,
ਤੁਸੀਂ ਤੇ ਚਬਾਰੇ ਦੀ ਟਮੋਰੀ ਨਾਲ ਆਏ। ਤੋ ਇਹ ਚੰਦੂ ਵੀ ਇੱਕ ਕਾਰਨ ਬਣਿਆ ਸੀ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ, ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਤੋਂ ਬਾਅਦ ਫਿਰ ਜਦੋਂ ਗੁਰੂ ਅਰਜਨ ਸਾਹਿਬ ਜਾਂਦੇ ਨੇ, ਕਾਰਨ ਕਈ ਬਣੇ ਸ਼ਹੀਦੀ ਦੇ, ਔਰ ਜਦੋਂ ਜਾਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਿਆਈ ਬਖਸ਼ ਕੇ ਜਾਂਦੇ ਨੇ। ਔਰ ਉਸ ਵੇਲੇ ਸਤਿਗੁਰੂ ਜੀ ਨੂੰ ਸੁਚੇਤ ਕਰ ਦਿੱਤਾ ਸੀ, ਔਰ ਗੁਰਿਆਈ ਵੇਲੇ ਹੀ ਬਾਬਾ ਬੁੱਢਾ ਜੀ ਨੇ ਇਹਨਾਂ ਦੇ 2 ਸ਼ਮਸ਼ੀਰਾਂ ਪਾਈਆਂ ਸੀ ਗੁਰੂ ਸਾਹਿਬ ਦੇ ਕਹਿਣ। ਹੁਣ ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਆ, ਕਈ ਇਤਿਹਾਸਕਾਰ ਇਹਨੂੰ ਸੁਣਾਉਂਦੇ ਨੇ, ਬੜੇ ਮੈਂ ਸਟੇਜਾਂ ਤੇ ਦੇਖਿਆ, ਕਹਿੰਦੇ ਜੀ ਬਾਬਾ ਜੀ ਗਲਤੀ ਨਾਲ ਪੁੱਠੀ ਕਿਰਪਾਨ ਭਾਵੇਂ ਠੇਕ ਪਾਸੇ। ਹੁਣ ਦੇਖੋ, ਜਿਹੜੇ ਸ਼ਸਤਰ ਵਿਦਿਆ ਨੂੰ ਵੀ ਜਾਣਦੇ ਨੇ, ਇੰਨੇ ਵੱਡੇ ਗਿਆਤਾ ਨੇ, ਉਹ ਪੁੱਠੀ ਕਿਵੇਂ ਪਾ ਸਕਦੇ? ਕਹਿੰਦੇ ਪੁੱਠੀ ਪੈ ਗਈ ਜੀ, ਫਿਰ ਉਹ ਕਹਿੰਦੇ ਨਹੀਂ ਜੀ ਨਹੀਂ, ਹੁਣ ਪੁੱਠੀ ਪਾ ਦਿੱਤੀ ਆ, ਹੁਣ ਇਹਨੂੰ ਲਾਉਣੀ ਨਹੀਂ, ਹੁਣ ਦੂਜੀ ਇੱਕ ਹੋਰ ਪਾ ਦਿੱਤੀ। ਮੀਰੀ ਤੇ ਪੀਰੀ ਦਾ ਸਿਧਾਂਤ ਜਿਹੜਾ ਆ ਗੁਰੂ ਨਾਨਕ ਸਾਹਿਬ ਤੋਂ ਹੀ ਲਾਗੂ ਹੋਇਆ ਸੀ, ਪਰ ਪ੍ਰਕਾਸ਼ਮਾਨ ਹੋ ਕੇ ਉੱਥੇ ਹੁੰਦਾ, ਦ੍ਰਿਸ਼ਟ ਰੂਪ ਵਿੱਚ ਦਿਖਦਾ ਜਿਹੜਾ ਆ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਸਤਿਗੁਰੂ ਜੀ ਨੇ ਫਿਰ 2 ਤਲਵਾਰਾਂ ਮੀਰੀ ਦੀ ਤੇ ਪੀਰੀ ਦੀ ਪਾਈ। ਔਰ ਮੀਰੀ ਤੇ ਪੀਰੀ ਦੋਨੋਂ ਹੀ ਜਿਹੜੇ ਨੇ ਸਿੱਖ ਦੇ ਕੋਲ ਹੋਣਾ ਚਾਹੀਦਾ, ਰਾਜ ਵੀ ਤੇ ਜੋਗ ਵੀ, ਮੀਰੀ ਵੀ ਤੇ ਪੀਰੀ ਵੀ, ਭਗਤੀ ਤੇ ਸ਼ਕਤੀ, ਇਹ ਦੋਨੇ ਚੀਜ਼ਾਂ ਦੱਸੀਆਂ। ਇਸ ਲਈ ਜਿਹੜੇ ਪਹਿਲਾਂ ਪੀਰ ਸੀ ਕਦੇ ਵੀਰ ਨਹੀਂ ਹੋਏ। ਪੀਰ ਦਾ ਮਤਲਬ ਅਮੀਰ, ਰਾਜੇ, ਔਰ ਪੀਰ ਜਿਹੜੇ ਸਨ ਉਹ ਕਦੇ ਰਾਜੇ ਨਹੀਂ ਸਨ, ਤੇ ਰਾਜੇ ਕਦੇ ਪੀਰ ਨਹੀਂ ਸੀ ਬਣਦੇ। ਗੁਰੂ ਸਾਹਿਬ ਨੇ ਸਮੇਲ ਕੀਤਾ, ਔਰ ਇਹ ਸਮੇਲ ਜਿਹੜਾ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਚ ਬੜਾ ਵੱਡਾ ਮਿਲਦਾ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਲਈ ਅੱਜ ਅਸੀਂ ਇੱਥੇ ਸਮਾਪਤੀ ਕਰਾਂਗੇ। ਔਰ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਗੁਰੂ ਸਾਹਿਬ ਦਾ ਸਭ ਤੋਂ ਵੱਡਾ ਸਿਧਾਂਤ ਹੈ, ਜੋ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਮਝਾਇਆ। 4 ਜੰਗਾਂ ਲੜੀਆਂ, ਚਾਰੇ ਪਰਉਪਕਾਰ ਲਈ ਲੜੀਆਂ, ਔਰ ਚਾਰੇ ਜਿੱਤੀਆਂ। ਕਿਤੇ ਹਮਲਾ ਆਪ ਨਹੀਂ ਕੀਤਾ, ਸਗੋਂ ਹਮਲਾਵਰ ਹੋ ਕੇ ਜਦੋਂ ਆਏ, ਉਹਨਾਂ ਦਾ ਮੁਕਾਬਲਾ ਕਰਕੇ। ਸੋ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਮੀਰੀ ਪੀਰੀ ਦਾ ਸਥਾਨ ਦਿੱਤਾ, ਅਕਾਲ ਤਖਤ ਸਾਹਿਬ ਦੀ ਸਾਜਨਾ ਕੀਤੀ। ਰਾਜਸੀ ਪੱਖ ਜਿਹੜਾ ਸੀਗਾ ਇਹ ਸੀਗਾ, ਔਰ ਅਕਾਲ ਤਖਤ ਦੀ ਸਾਜਨਾ ਕਰਕੇ ਉੱਥੇ ਸਾਰੇ ਫੈਸਲੇ ਹੋਣ ਲੱਗੇ, ਔਰ ਸਰਕਾਰ ਦੇ ਨਾਲ ਟੱਕਰ ਲੈਣ ਦੀ ਜਿਹੜੀ ਗੱਲ ਸੀ ਉਹ ਹੋ ਗਈ ਹੈ। ਕਿਉਂਕਿ ਹੁਣ ਸ਼ਾਂਤੀ ਨਹੀਂ ਸੀ ਚਾਹੀਦੀ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬੜੇ ਤਸੀਹੇ ਦੇ ਕੇ ਇਹਨਾਂ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ ਸੀ। ਪਰ ਇੱਥੇ ਬਦਲਾ ਲੈਣ ਦੀ ਭਾਵਨਾ ਨਹੀਂ, ਅੱਗੇ ਤੋਂ ਹੁਣ ਸੁਚੇਤ ਕੀਤਾ ਆ ਕਿ ਹੁਣ ਕਦੇ ਇਸ ਤਰ੍ਹਾਂ ਜ਼ਾਲਮ ਸਾਨੂੰ ਮਾਰ ਨਹੀਂ ਸਕੇ, ਅਸੀਂ ਅਣਖ ਨਾਲ ਜੀਣਾ। ਸੋ ਇਹ ਅਣਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹਰ ਸਿੱਖ ਦੇ ਅੰਦਰ ਭਰੀ ਹੈ। ਵਿਚਾਰਦਿਆਂ ਤੋਂ ਅਨੇਕਾਂ ਗਲਤੀਆਂ ਰਹਿ ਜਾਂਦੀਆਂ। ਕਿਮਾਂ ਦਾ ਜਾਚਕਾ ਸਮੂਹ ਐਜੂਕੇਟ ਪੰਜਾਬ ਦੇ ਮੈਂਬਰ ਸਾਹਿਬਾਨ ਔਰ ਸਮੂਹ ਵਿਦਿਆਰਥੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ, ਕਿ ਵੀਰ ਜੀ ਨੇ ਬੜੇ ਹੀ ਸਰਲ ਢੰਗ ਦੇ ਨਾਲ ਜਿਹੜਾ ਇਤਿਹਾਸ ਆ ਸਾਡੇ ਨਾਲ ਸਾਂਝਾ ਕੀਤਾ, ਬੜੇ ਸਰਲ ਸ਼ਬਦਾਂ ਦੇ ਵਿੱਚ, ਤਾਂ ਕਿ ਹਰ ਬੱਚੇ ਨੂੰ ਮੈਨੂੰ ਲੱਗਦਾ ਕਿ ਜਿਹੜਾ ਗੁਰੂ ਸਾਹਿਬ ਜੀ ਦਾ ਜੀਵਨ ਹੈ ਉਹਦੇ ਚੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਹੋਏਗਾ, ਤੇ ਜ਼ਰੂਰ ਅਸੀਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਲੈ ਕੇ ਆਈਏ ਜੀ। ਸੋ ਹੁਣ ਆਪਾਂ ਹੈਂਡ ਰੇਜ਼ ਲਵਾਂਗੇ ਜੀ। ਸੋ ਸਭ ਤੋਂ ਪਹਿਲਾਂ ਮਨਿੰਦਰ ਕੌਰ ਜੀ ਸਵਾਲ ਪੁੱਛਣਗੇ। ਮੀਰੀ ਤੇ ਪੀਰੀ ਦੀ ਤਲਵਾਰਾਂ ਸੀ, ਇਹਨਾਂ ਵਿੱਚ ਦੱਸੋ ਮੀਰੀ ਦੇ ਵਿੱਚ ਕੀ, ਮੀਰੀ ਤਲਵਾਰ ਦੇ ਵਿੱਚ ਕੀ ਚੀਜ਼ ਆਉਂਦੀ ਹੈ? ਹਾਂਜੀ, ਮੀਰੀ ਜਿਹੜੀ ਹੈ ਨਾ ਜੀ, ਮਨਿੰਦਰ ਕੌਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਬੇਟੇ, ਮੀਰੀ ਜਿਹੜੀ ਹੈ ਉਹਦਾ ਮਤਲਬ ਅਮੀਰੀ, ਰਾਜ ਭਾਗ ਦੀ ਗੱਲ ਸੀ, ਤੇ ਪੀਰੀ ਦਾ ਮਤਲਬ ਸੀਗਾ ਧਰਮ। ਰਾਜਨੀਤਿਕ ਤੇ ਧਾਰਮਿਕ, ਇਹ ਦੋਨਾਂ ਦਾ ਸੁਮੇਲ ਆ ਮੀਰੀ ਤੇ ਪੀਰੀ। ਰਾਜਾ ਕਦੇ ਧਰਮੀ ਨਹੀਂ ਹੋਇਆ ਸੀਗਾ ਪੁਰਾਤਨ ਸਮੇਂ 'ਚ, ਤੇ ਜਿਹੜਾ ਪੀਰ ਸੀ ਕਦੇ ਰਾਜਾ ਨਹੀਂ ਸੀ ਬਣਦਾ। ਤੋਂ ਮੀਰੀ ਪੀਰੀ ਦਾ ਸੁਮੇਲ ਹੈ ਮੀਰੀ ਪੀਰੀ। ਮੀਰੀ ਦਾ ਅਰਥ ਹੈ ਰਾਜਨੀਤਿਕ ਨਾਲ ਸੰਬੰਧਿਤ, ਅਮੀਰੀ ਨਾਲ ਸੰਬੰਧਿਤ। ਮੀਰ ਤੋਂ ਭਾਵ ਅਮੀਰ ਹੁੰਦਾ। ਹਾਂਜੀ, ਨੈਕਸਟ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਮੇਰਾ ਕੁਐਸਚਨ ਹੈ ਕਿ ਅਖਰੀ ਵਿਦਿਆ ਕਿਸ ਦੀ ਨਿਸ਼ਾਨੀ ਹੈ? ਬੇਟੇ ਦੁਬਾਰਾ ਬੋਲਣਾ, ਮੈਨੂੰ ਸੁਣਿਆ ਨਹੀਂ ਜੀ। ਵਾਹਿਗੁਰੂ ਜੀ, ਅਖਰੀ ਵਿਦਿਆ ਕਿਸ ਦੀ ਨਿਸ਼ਾਨੀ ਹੈ? ਕਿਸ ਦੀ ਨਿਸ਼ਾਨੀ ਹੈ? ਅਖਰੀ ਵਿਦਿਆ, ਹਾਂਜੀ, ਅਖਰੀ ਵਿਦਿਆ ਜਿਹੜੀ ਹੈ ਉਹਦਾ ਭਾਵ ਹੈ ਅੱਖਰਾਂ ਦਾ ਗਿਆਨ ਹੋਣਾ। ਵਿਦਿਆ ਕਈ ਤਰ੍ਹਾਂ ਦੀ ਹੁੰਦੀ ਆ, ਜਿਸ ਤਰ੍ਹਾਂ ਦਾ ਗਿਆਨ ਮਨੁੱਖ ਨੂੰ ਹੈ ਉਹ ਉਸ ਦੀ ਵਿਦਿਆ ਹੁੰਦੀ ਹੈ। ਵਿਦਿਆ ਦਾ ਮਤਲਬ ਜਾਣਕਾਰੀ, ਨੌਲੇਜ, ਠੀਕ ਹੈ। ਤੋ ਜਿਹਨੂੰ ਅੱਖਰ ਸੋਹਣੇ ਲਿਖਣੇ ਆਉਂਦੇ ਨੇ ਉਹਦੇ ਕੋਲ ਅਖਰੀ ਵਿਦਿਆ ਹੈ, ਅਖਰੀ ਗਿਆਨ ਹੈ। ਤੇ ਅਸੀਂ ਜਿੰਨਾ ਕੁਝ ਪੜ੍ਹਦੇ ਹਾਂ ਕਿਤਾਬਾਂ ਦੇ ਵਿੱਚੋਂ, ਅੱਖਰਾਂ ਵਿੱਚੋਂ ਪੜ੍ਹਦੇ, ਠੀਕ ਹੈ ਜੀ।
ਅੱਖਰੀ ਵਿਦਿਆ ਦਾ ਮਤਲਬ ਅੱਖਰਾਂ ਰਾਹੀਂ ਸਿੱਖੀ ਗਈ ਵਿਦਿਆ, ਜਿਹੜੀ ਅੱਖਰਾਂ ਰਾਹੀਂ ਅਸੀਂ ਦਰਸਾ ਸਕੀਏ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਤੁਸੀਂ ਇੱਕ ਸ਼ਬਦ ਦੀ ਵਿਆਖਿਆ ਕਰ ਰਹੇ ਸੀ ਜੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਉਸ ਜੀ ਨੂੰ ਜੀ ਥੋੜਾ ਜੀ ਦੁਬਾਰਾ ਦੱਸੋਗੇ ਜੀ। ਹਾਂਜੀ, ਯੁੱਗ ਦੇ ਅਰਥ ਦੋ ਨੇ ਪੁੱਤਰ। ਇੱਕ ਤੇ ਯੁੱਗ ਦੇ ਅਰਥ ਨੇ ਜਿਵੇਂ ਅਸੀਂ ਕਹਿੰਦੇ ਸਤਯੁਗ, ਦੁਆਪਰ, ਕਲਯੁਗ, ਤਾਂ ਇਹਦਾ ਮਤਲਬ ਜੁਗਾਂ ਜੁਗਾਂ ਦੀ ਗੱਲ। ਪਰ ਜੁਗਾਂ ਜੁਗਾਂ ਦੀ ਗੱਲ ਨਹੀਂ, ਇੱਥੇ ਯੁੱਗ ਦੇ ਅਰਥ ਦੋ ਵੀ ਹੁੰਦੇ ਨੇ। ਦੋ ਅਰਥ ਜਿਹੜੇ ਨੇ ਉਹ ਇੱਕ ਸ਼ਬਦ ਦੇ ਕਈ ਕੇ ਹੁੰਦੇ ਨੇ। ਯੁੱਗ ਦੇ ਅਰਥ ਦੋ ਵੀ ਹੁੰਦੇ ਨੇ। ਯੁੱਗ ਯੁੱਗ ਇਹਦਾ ਮਤਲਬ ਦੋ ਤੇ ਦੋ ਚਾਰ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਆਖਿਆ ਕਿ ਸਾਡੇ ਤੋਂ ਬਾਅਦ 4 ਸਰੀਰ ਹੋਰ ਗੁਰੂ ਰੂਪ ਵਿੱਚ ਆਉਣਗੇ। ਯੁੱਗ ਯੁੱਗ 2+2, ਠੀਕ ਹੈ ਜੀ। ਭਾਵੇਂ ਉਸ ਤੋਂ ਬਾਅਦ ਜਿਹੜੀ ਆ ਪਰੰਪਰਾ ਹੈ ਸਰੀਰ ਗੁਰੂ ਦੀ ਖਤਮ ਹੋ ਗਈ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਤਮ ਕਰਕੇ ਸ਼ਬਦ ਗੁਰੂ ਦੀ ਦੇ ਦਿੱਤੀ ਸੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਮੈਂ ਇੱਕ ਸ਼ਬਦ ਦਾ ਉਚਾਰਨ ਪੁੱਛਣਾ ਸੀ, ਮੈਂ ਪੁੱਛ ਸਕਦੀ ਹਾਂ? ਜੀ ਜੀ ਸਰ ਹਾਂਜੀ। ਜਿਵੇਂ ਆਨੰਦ ਸ਼ਬਦ ਕਿਹੜਾ ਸਾਹਿਬ ਦੇ ਜੀ? ਵਿੱਚ ਆਨੰਦ ਸੁਣੋ ਬੜੇ ਭਾਗਿਓ, ਸਰ ਆਨੰਦ ਪਰ ਟਿੱਪੀ ਵੀ ਨਹੀਂ ਹੈ, ਫਿਰ ਉਸਨੂੰ ਕਿਵੇਂ ਉਚਾਰਨ ਕਰਨਾ ਹੈ? ਹਾਂ ਬੇਟੇ, ਸ਼ਬਦ ਆਨੰਦ ਹੀ ਆ ਪਰ ਲਿਖਿਆ ਆਨੰਦ ਆ, ਠੀਕ ਹੈ। ਪਰ ਉਹਦਾ ਉਚਾਰਨ ਜਿਹੜਾ ਆ ਉਹ ਪ੍ਰਿੰਸੀਪਲ ਸਾਹਿਬ ਸਿੰਘ ਨੇ ਆਨੰਦ ਹੀ ਕੀਤਾ ਹੈ, ਟਿੱਪੀ ਲਾ ਕੇ ਹੀ ਕਰਦੇ ਆ। ਪਰ ਬਹੁਤਾਤ ਵਿੱਚ ਜਿਹੜੇ ਨੇ ਉਹ ਸਿੱਖ ਜਿਹੜੇ ਨੇ ਆਨੰਦ ਕਰਦੇ ਨੇ। ਆਨੰਦ ਦੇ ਅਰਥ ਵੀ ਆਨੰਦ ਹੀ ਹੁੰਦੇ ਨੇ, ਉਚਾਰਨ ਦੋਨੋਂ ਹੀ ਠੀਕ ਨੇ, ਪਰ ਬਹੁਤਾਤ ਵਿੱਚ ਆਨੰਦ ਹੀ ਕੀਤੇ ਜਾਂਦੇ ਨੇ, ਠੀਕ ਹੈ ਜੀ। ਪਰ ਉਹ ਹੈ ਆਨੰਦ ਹੀ, ਇਹਦੇ ਵਿੱਚ ਅਸੀਂ ਲੜਨਾ ਨਹੀਂਗਾ, ਪਰ ਇਹਦੇ ਸ਼ਬਦ ਦੇ ਅਰਥ ਆਨੰਦ ਹੀ, ਲਿਖਿਆ ਆਨੰਦ ਹੈ, ਠੀਕ ਹੈ ਪੁੱਤਰ। ਹਾਂਜੀ ਆ ਗਿਆ ਜੀ ਅੰਗ ਸਨੋਡ ਭਾਗਿਓ। ਨੈਕਸਟ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ। ਜੀ ਮੈਂ ਪੁੱਛਣਾ ਸੀਗਾ ਵੀ ਜਦੋਂ ਪੈਠੀ ਚੰਦ ਨੇ ਜੀ ਵੀ ਉਹਨਾਂ ਨੂੰ ਕਿਹਾ ਸੀਗਾ ਇੱਕ ਬ੍ਰਾਹਮਣ ਨੂੰ ਵੀ ਤੁਸੀਂ ਦਹੀਂ ਦੇ ਵਿੱਚ ਜ਼ਹਿਰ ਮਿਲਾ ਦਿਓ, ਬ੍ਰਾਹਮਣ ਦਾ ਨਾਮ ਕੀ ਸੀ? ਬ੍ਰਾਹਮਣ ਦਾ ਨਾਮ ਨਹੀਂ ਲਿਖਿਆ, ਬ੍ਰਾਹਮਣ ਹੀ ਲਿਖਿਆ ਉੱਥੇ, ਠੀਕ ਹੈ ਜੀ। ਬ੍ਰਾਹਮਣ ਦਾ ਨਾਮ ਨਹੀਂ ਲਿਖਿਆ। ਇਤਿਹਾਸ ਦੇ ਵਿੱਚ ਬਹੁਤ ਥਾਵਾਂ ਤੇ ਨਾਮ ਨਹੀਂ ਆਏ, ਇਸ ਤਰ੍ਹਾਂ ਦੇ ਆਇਆ ਆ, ਕਿਉਂਕਿ ਇਤਿਹਾਸ ਵੱਖ ਵੱਖ ਤਰ੍ਹਾਂ ਦਾ ਲਿਖਿਆ ਹੋਇਆ ਸਾਨੂੰ ਮਿਲਦਾ ਹੈ। ਹਾਂਜੀ ਹੈਂਡਰੇਜ ਹੈ ਜੀ, ਅੱਗੇ ਹੋਰ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਟੇ। ਹਾਂਜੀ ਵਾਹਿਗੁਰੂ ਜੀ, ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੇਰਾ ਕੁਐਸਚਨ ਸੀ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀ? ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀਗਾ? ਅੱਛਾ ਬੇਟੇ, ਤੁਸੀਂ ਸੁਣਿਆ ਨਹੀਂ ਕੈਂਪ ਦੇ ਵਿੱਚ ਦੱਸਿਆ ਸੀ ਮੈਂ? ਗੁਰੂ ਅਰਜਨ ਸਾਹਿਬ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਤੇ ਮਾਤਾ ਦਾ ਨਾਮ ਸੀਗਾ ਮਾਤਾ ਗੰਗਾ ਜੀ, ਠੀਕ ਹੈ ਜੀ। ਮਾਤਾ ਗੰਗਾ ਜੀ ਔਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਇਹ ਮਾਤਾ ਪਿਤਾ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੇ। ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਸਾਨੂੰ ਬਹੁਤ ਹੀ ਬਰੀਫਲੀ ਜਾਣਕਾਰੀ ਦਿੱਤੀ ਜੀ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਨਾ ਵੀ ਉਸ ਟਾਈਮ ਬਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਤਲਬ ਸ਼ੀਤਲਾ ਦਾ ਰੋਗ ਹੋ ਗਿਆ ਸੀਗਾ, ਤੇ ਮਤਲਬ ਲੋਕਾਂ ਨੇ ਹਨਾ ਵੀ ਮਾਤਾ ਗੰਗਾ ਜੀ ਨੂੰ ਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣਾ ਸ਼ੁਰੂ ਕੀਤਾ ਕਿ ਤੁਸੀਂ ਹਨਾ ਵੀ ਬਾਲ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਮਤਲਬ ਹਨਾ ਮੰਦਿਰ ਵਿੱਚ ਲੈ ਜਾਓ, ਸ਼ੀਤਲਾ ਮਾਤਾ ਦੀ ਪੂਜਾ ਕਰੋ ਹਨਾ ਜੀ। ਤੇ ਵੀਰ ਜੀ ਜੇ ਉਸ ਮਤਲਬ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਮਨਾ ਕਰਤਾ ਵੀ ਅਸੀਂ ਨਹੀਂ ਜਾਣਾ ਮੰਦਿਰ 'ਚ, ਤੇ ਉਹਨਾਂ ਨੇ ਗੁਰਬਾਣੀ ਦਾ ਓਟ ਆਸਰਾ ਲਿਆ ਹਨਾ, ਪਰਮਾਤਮਾ ਅੱਗੇ ਅਰਦਾਸ ਕੀਤੀ, ਪਰਮਾਤਮਾ ਅੱਗੇ ਅਰਦਾਸ ਕੀਤੀ ਤਾਂ ਫਿਰ ਜੀ ਮਤਲਬ ਬਾਲ ਜੀ ਨਾ ਠੀਕ ਹੋ ਗਏ ਹਨਾ ਜੀ। ਇਸ ਮਤਲਬ ਹੁਣ ਇਸ ਤਰ੍ਹਾਂ ਅੱਜ ਕੱਲ ਵੀ ਲੋਕ ਹੀ ਦੇਖੇ ਜਾਂਦੇ, ਡੇਰਾ ਤੇ ਜਾਂਦੇ ਆ ਸਾਡੇ ਵਰਗੇ ਭੁੱਲੇ ਭਟਕੇ ਲੋਕ, ਜੇ ਮਤਲਬ ਹੋ ਵੀ ਜਾਂਦਾ ਕਿਸੇ ਨੂੰ ਸ਼ੀਤਲਾ ਰੋਗ ਤਾਂ ਦੇਖਿਆ ਜਾਂਦਾ ਵੀ ਲੋਕ ਵੀ ਮੰਦਿਰਾਂ ਵਿੱਚ ਸ਼ੀਤਲਾ ਮਾਤਾ ਦੀ ਪੂਜਾ ਕਰਦੇ ਆ।
ਤੇ ਮਤਲਬ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਗੁਰਬਾਣੀ ਤੇ ਭਰੋਸਾ ਹੀ ਨਹੀਂ ਹੈਗਾ, ਵਿਸ਼ਵਾਸ ਨਹੀਂ ਹੈਗਾ ਪ੍ਰਭੂ ਦੇ ਵਿੱਚ, ਉਹੀ ਲੋਕ ਡੇਰਿਆਂ ਵਿੱਚ ਜਾਂਦੇ ਆ। ਬਾਕੀ ਲੋਕ ਤਾਂ ਗੁਰਬਾਣੀ ਦਾ ਓਟ ਆਸਰਾ ਲੈ ਕੇ ਹੀ ਬਸ ਪ੍ਰਭੂ ਵਿੱਚ ਵਿਸ਼ਵਾਸ ਰੱਖਦੇ ਹਨ ਜੀ। ਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਵੀ ਤੁਸੀਂ ਦੱਸਿਆ ਕਿ ਗੁਰਬਾਣੀ ਦਾ ਉਚਾਰਨ ਕੀਤਾ ਸੀ, ਸ਼ੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਕਿਰਪਾ ਧਾਰੀ, ਕਿ ਜਿਹੜਾ ਮਤਲਬ ਪ੍ਰਮਾਤਮਾ ਵਾ ਉਹ ਸਦਾ ਹੀ ਸਾਡੇ ਤੇ ਕਿਰਪਾ ਕਰਕੇ ਰੱਖਦਾ ਜੇਕਰ ਅਸੀਂ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੈਰੀ ਗੁੱਡ ਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਮੀਰੀ ਤੋਂ ਭਾਵ ਸ਼ਕਤੀ ਅਤੇ ਪੀਰੀ ਤੋਂ ਭਾਵ ਭਗਤੀ ਹੈ। ਸਤਿਗੁਰੂ ਨੇ ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਪਹਿਨੀਆਂ, ਇੱਕ ਸੰਸਾਰਿਕ ਮਾਮਲਿਆਂ ਵਿੱਚ ਅਗਵਾਈ ਲਈ ਅਤੇ ਦੂਜੀ ਆਤਮਿਕ ਮੰਡਲ ਦੀ ਅਗਵਾਈ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟੇ ਸਵਾਲ ਕਰ ਰਹੇ ਹੋ ਜਾਂ ਦੱਸ ਰਹੇ ਹੋ ਜੀ? ਜੀ ਦੱਸ ਰਹੇ ਹਾਂ। ਵੈਰੀ ਗੁੱਡ, ਚਲੋ ਕੋਈ ਗੱਲ ਨਹੀਂ, ਦੱਸਣਾ ਵੀ ਚਾਹੀਦਾ, ਬਟ ਇਹ ਸਵਾਲਾਂ ਦਾ ਸੈਸ਼ਨ ਹੈ ਪੁੱਤਰ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਸਰ, ਮੈਂ ਅੱਜ ਜੋ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਇਤਿਹਾਸ ਬਾਰੇ ਬਹੁਤ ਕੁਝ ਨਹੀਂ ਪਤਾ ਸੀ। ਜੋ ਇਹ ਉਪਰਾਲਾ ਕੀਤਾ ਗਿਆ ਹੈ ਜਾਂ ਕਰ ਰਹੇ ਨੇ, ਐਜੂਕੇਟ ਪੰਜਾਬ ਪ੍ਰੋਜੈਕਟ ਕਰ ਰਿਹਾ ਹੈ, ਇਹ ਬੱਚੇ ਇੰਨੇ ਕੁ ਜੁੜ ਗਏ ਨੇ। ਅੱਜ ਪਟਿਆਲੇ ਦੇ ਵਿੱਚ ਅਸੀਂ ਜਿੱਥੇ ਵੀ ਬੱਚਿਆਂ ਨੂੰ ਮਿਲਦੇ ਹਾਂ ਤੇ ਜਦੋਂ ਬੱਚੇ ਸਾਡੇ ਨਾਲ ਗੱਲ ਕਰਦੇ ਨੇ ਤਾਂ ਇੰਨੀ ਖੁਸ਼ੀ ਹੁੰਦੀ ਹੈ ਕਿ ਮਤਲਬ ਜੋ ਬੱਚਿਆਂ ਨੂੰ ਅਸੀਂ ਘਰ ਬੈਠ ਕੇ ਨਹੀਂ ਸਿਖਾ ਸਕਦੇ ਸੀਗੇ, ਉਹ ਐਜੂਕੇਟ ਪੰਜਾਬ ਪ੍ਰੋਜੈਕਟ ਕਰ ਰਿਹਾ ਹੈ। ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਇਸ ਜ਼ੂਮ ਕਲਾਸ ਦੇ ਜ਼ਰੀਏ ਘਰ ਦੇ ਵਿੱਚ ਬੱਚਿਆਂ ਦੇ ਨਾਲ ਬੱਚੇ ਦੇ ਮਾਤਾ ਪਿਤਾ ਵੀ ਨਾਲ ਬੈਠ ਕੇ ਇਹ ਜਿਹੜਾ ਹੈਗਾ ਲਾਹਾ ਲੈ ਰਹੇ ਨੇ ਇਸ ਚੀਜ਼। ਮੈਂ ਬਹੁਤ ਸਰ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਬੱਚਿਆਂ ਨੂੰ ਬਹੁਤ ਅੱਛਾ ਨਾਲ ਜੋੜਿਆ ਹੈ। ਥੈਂਕ ਯੂ ਜੀ। ਧੰਨਵਾਦ। ਤੇ ਅਸੀਂ ਸਾਰੇ ਰਲ ਕੇ ਵਾਹਿਗੁਰੂ ਦਾ ਕਰੀਏ, ਸਾਨੂੰ ਰਿਸੋਰਸ ਮਿਲਿਆ ਹੈ ਸਾਰਿਆਂ ਨੂੰ, ਔਰ ਇਸ ਜੋ ਸੋਰਸ ਮਿਲਿਆ, ਸੋਰਸ ਦੇ ਅਰਥ ਹੁੰਦੇ ਨੇ ਵੀ ਅਸੀਂ ਉਹਦੇ ਚੋਂ ਜਿੰਨਾ ਫਾਇਦਾ ਲੈ ਸਕਦੇ ਲਈਏ। ਤੋ ਇਹ ਸਾਨੂੰ ਵਧੀਆ ਸੋਰਸ ਮਿਲਿਆ, ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ, ਵਧੀਆ ਹੈ। ਔਰ ਪਲੇਟਫਾਰਮ ਹੀ ਹੈ ਜਿੱਥੋਂ ਅਸੀਂ ਕੋਈ ਗੱਡੀ ਫੜ ਸਕਦੇ ਹਾਂ। ਕਿਹੜੇ ਪਾਸੇ ਫੜਨੀ ਹੈ ਤੁਹਾਡੀ ਆਪਣੀ ਮਰਜ਼ੀ ਹੈ, ਹਨਾ, ਕਿਹੜੀ ਗੱਡੀ ਤੁਸੀਂ ਜਾਣਾ ਚਾਹੁੰਦੇ ਆ। ਔਰ ਇਹ ਪਲੇਟਫਾਰਮ ਐਸਾ ਆ ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਮ ਲੈਵਾ ਗੱਡੀ ਵੀ ਜਿੱਥੋਂ ਚੱਲਦੀ ਹੈ। ਬਿਲਕੁਲ ਸਰ। ਤੋ ਬਾਕੀ ਇਹ ਜਿਹੜਾ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਇਸ ਉਪਰਾਲੇ ਦੇ ਨਾਲ ਬੱਚਿਆਂ ਦੇ ਵਿੱਚ ਉਤਸ਼ਾਹ ਆਇਆ ਆ ਜਾਂ ਜਾਣਕਾਰੀ ਆਈ ਆ, ਉਹ ਸਾਨੂੰ ਕੈਂਪ 'ਚੋਂ ਦਿਖਦੀ ਹੈ ਕਿ ਅੱਜ ਹੁਣ ਕੇਵਲ ਸਿੱਖਣ ਵਾਲੇ ਨਹੀਂ, ਹੁਣ ਸਮਝਾਉਣ ਵਾਲੇ ਬੱਚੇ ਵੀ ਜਿਹੜੇ ਨੇ ਉਹ ਸਾਡੇ ਕੈਂਪ ਵਿੱਚ ਆਏ ਨੇ। ਸਵਾਲਾਂ ਦੇ ਨਾਲ ਉਹ ਕਈ ਗੱਲਾਂ ਜਿਹੜੀਆਂ ਸਮਝਾ ਜਾਂਦੇ ਨੇ ਸਾਰੇ ਕੈਂਪ ਦੇ ਵਿੱਚ। ਬਿਲਕੁਲ ਸਰ, ਬਿਲਕੁਲ ਸਹੀ ਗੱਲ ਹੈ। ਹਾਂਜੀ, ਇਹ ਇੱਕ ਵਧੀਆ ਗੱਲ ਹੈ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਬਹੁਤ ਵਧੀਆ ਇਤਿਹਾਸ ਦੱਸਿਆ ਹੈਗਾ। ਤੇ ਮੇਰਾ ਸਵਾਲ ਇਹ ਸੀਗਾ, ਜਿਹੜਾ ਨਾ ਗੁਰੂ ਜੀ ਨੂੰ ਮਾਰਨਾ ਚਾਹੁੰਦਾ ਸੀ, ਉਹਦਾ ਨਾਮ ਕੀ ਸੀਗਾ? ਉਹਦਾ ਨਾਮ ਸੀ ਪੁੱਤਰ ਪ੍ਰਿਥੀ ਚੰਦ। ਪ੍ਰਿਥੀ ਚੰਦ ਸੀ ਉਹਦਾ ਨਾਮ। ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀਗਾ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਇਆ ਹੀ ਲੱਗਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਕਰਦੇ ਹਾਂ। ਆਪ ਜੀ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਬਹੁਤ ਵਧੀਆ ਜਾਣਕਾਰੀ ਸ਼ੇਅਰ ਕੀਤੀ ਹੈ ਜੀ, ਅਤੇ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਵਿੱਚੋਂ ਸਿੱਖਣਾ ਚਾਹੀਦਾ ਹੈ, ਅਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਆਪ ਜੀ ਨੇ ਟਾਈਮ ਕੱਢ ਕੇ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਹੈ, ਅਤੇ ਸਾਰੇ ਹੀ ਸਟੂਡੈਂਟਸ ਦਾ ਵੀ ਧੰਨਵਾਦ ਕਰਦੇ ਹਾਂ। ਅੱਜ ਦੇ ਕੈਂਪ ਦੀ ਇੱਥੇ ਹੀ ਸਮਾਪਤੀ ਹੈ ਜੀ। ਤੁਸੀਂ ਸਭ ਆਪਣੀ ਅਟੈਂਡੈਂਸ ਲਗਾ ਕੇ ਲੀਵ ਕਰ ਸਕਦੇ ਹੋ, ਅਤੇ ਕੱਲ ਫਿਰ ਤੋਂ ਸਭ ਨੇ 4 ਵਜੇ ਜੁੜਨਾ ਹੈ, ਅਤੇ ਸਭ ਨੇ ਟਾਈਮ ਨਾਲ ਕੈਂਪ ਵਿੱਚ ਜੁੜਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਦਿਆ ਵਿਚਾਰੀ ਤਾਂ ਪਰਉਪਕਾਰੀ,